वाहिगुरु जी का खालसा, वाहिगुरु जी की फतेह। गुड आफ्टरनून स्टूडेंट्स। 13811 गगनदीप कौर। बच्चे काइंडली स्टार्ट जाप सेवा। वाहिगुरु जी का खालसा, वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। थैंक यू गगनदीप कौर। बेटा कल दे लेक्चर विचों किसी का कोई डाउट है? बिकॉज कुछ बच्चे एबसेंट रहंदे हैं ते कल जिहड़ा असीं कीता सी लेटर राइटिंग, ਉਹਦੇ ਵਿੱਚੋਂ ਕਿਸੇ ਬੱਚੇ ਦਾ ਕੋਈ ਕੁਐਸਚਨ ਹੈ? ਹਾਂਜੀ बेटा बोलो। गुड इवनिंग मैम। ਹਾਂਜੀ गुड इवनिंग। मैम कल तुसी आवला पढ़ाया सी ना, रिवाइज योर लेटर एंड करेक्ट योर मिस्टेक दैट यू माइट हैव मेड। मैम ये दोबारा ਇਹਦਾ मतलब है रिवाइज योर लेटर, ਤੁਸੀਂ ਲੈਟਰ ਲਿਖ ਲਿਆ, ਠੀਕ यस ਹੈ, मैम। ਉਸ ਤੋਂ ਬਾਅਦ ਰਿਵਾਈਜ਼ ਕਰੋ। ਰਿਵਾਈਜ਼ ਦਾ ਮਤਲਬ ਹੁੰਦਾ ਉਹਨੂੰ ਦੁਬਾਰਾ ਤੋਂ, ਹੈ ਨਾ, ਆਪਾਂ ਜਿਵੇਂ ਰਿਵੀਜ਼ਨ ਕਰਦੇ ਆ। यस मैम। ਦੇਖੋ ਅਗਰ ਮਿਸਟੇਕਸ ਯੂ ਮਾਈਟ ਹੈਵ ਮੇਡ ਦਾ ਮਤਲਬ ਹੁੰਦਾ ਹੈ ਜੋ ਸ਼ਾਇਦ ਤੁਸੀਂ ਕੀਤੀਆਂ ਹੋਣ, है ना। माइट हैव ਆਪਾਂ ਕੀਤਾ ਸੀ ਨਾ, ਹੋ ਸਕਦਾ ਤੁਹਾਡੀ ਹੋਈ ਹੋਵੇ ਕੋਈ ਮਿਸਟੇਕ। यस मैम। हो सकता है कोई होई होवे मिस्टेक, you might have made those mistakes, so you have to correct those mistakes. ओके मैम। ਤੇ ਮੈਮ ਇੱਕ ਰਿਗਾਰਡਸ ਮਤਲਬ ਰਿਗਾਰਡਸ ਹੁੰਦਾ ਹੈ ਬੱਚੇ ਸਨਮਾਨ, ਕਿਸੇ ਦਾ ਮਾਣ, ਜਿਵੇਂ ਆਪਾਂ ਕਹਿੰਦੇ ਨਾ ਸਤਕਾਰ ਸਹਿਤ, ਵਿਦ ਰਿਗਾਰਡਸ। ਹਾਂਜੀ, ਸਤਕਾਰ ਸਹਿਤ, ਰਿਗਾਰਡ ਸਤਿਕਾਰ ਸਹਿਤ, ਸਤਕਾਰ ਸਹਿਤ। मैम एक हाउ डू वी प्रोनाउंस COURTEOUS? बच्चे दोबारा बोलो। COURTEOUS। ओके, courteous, courteous, COURTEOUS है ना। OUS, यस मैम। courteous, हाँ जी। ਤੇ ਮੈਮ ਮੀਨਿੰਗ ਇਹਦਾ ਬੱਚੇ ਇਹਦਾ ਮੀਨਿੰਗ ਹੁੰਦਾ ਹੈ ਜਿਵੇਂ ਕਿਸੇ ਦੇ ਪ੍ਰਤੀ ਬਹੁਤ ਪੋਲਾਈਟ, ਸਨਮਾਨ ਨਾਲ। ਉਹਦਾ ਮਤਲਬ ਸੀਗਾ ਬੀ ਕਰਟੀਅਸ ਦਾ ਮਤਲਬ ਹੁੰਦਾ ਹੈ ਵੀ ਦੂਜਿਆਂ ਦੇ ਪ੍ਰਤੀ ਤੁਸੀਂ ਸਤਕਾਰ ਵਾਲੀ ਭਾਵਨਾ ਰੱਖੋ, ਸਨਮਾਨ ਵਾਲੀ ਭਾਵਨਾ ਰੱਖੋ। ਤੁਸੀਂ ਲੈਟਰ ਦੇ ਵਿੱਚ ਰੂਡ ਨਹੀਂ ਹੋਣਾ, ਕਰਟੀਅਸ ਰਹਿਣਾ ਹੈ, ਪੋਲਾਈਟ ਰਹਿਣਾ ਹੈ, ਮੈਨਰਫੁਲ ਰਹਿਣਾ ਹੈ, ਰਿਗਾਰਡਫੁਲ ਰਹਿਣਾ ਹੈ, ਏਦਾਂ ਦਾ ਰਹਿਣਾ ਹੈ, ਠੀਕ ਹੈ। ਓਕੇ ਮੈਮ। ਹਾਂਜੀ, ਥੈਂਕ ਯੂ ਮੈਮ। ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਹਾਂਜੀ ਬੇਟੇ। ਮੈਮ ਜਿਹੜਾ LEGIBLY, ਮੈਮ ਇਹਨੂੰ ਜ਼ ਦੀ ਆਵਾਜ਼ ਦੇਣੀ, ਜੀ ਨੂੰ ਲੈਜੀਬਲ ਜਾਂ ਲੈਜੀਬਲ? ਜੱਜੇ ਦੀ, ਇਹਨੂੰ ਜੱਜੇ ਦੀ ਦੇਣੀ ਹੈ, ਲੈਜੀਬਲੀ। ਲੈਜੀ ਨਹੀਂ, ਲੈਜੀ, ਜੱਜਾ। ਓਕੇ ਓਕੇ ਮੈਮ। ਹਾਂ, ਲੈਜੀਬਲੀ। ਹਾਂਜੀ ਮੈਮ, ਮੈਨੂੰ ਤੇ ਡਾਊਟ ਹੀ ਤੋਂ। ਹਾਂਜੀ, ਮੈਂ ਕਿਹਾ ਮੈਮ ਠੀਕ ਹੈ। ਥੈਂਕ ਯੂ ਮੈਮ। ਓਕੇ। I think ਅੱਜ ਵੀ ਬੱਚਿਆਂ ਦਾ ਐਗਜ਼ਾਮ ਹੋਣਾ ਹੈ, ਜ਼ਿਆਦਾ ਪਾਰਟਿਸਿਪੈਂਟਸ ਨਹੀਂ ਹੋਏ, so I'm going to share screen with you again. Today we'll do one more letter. So today we are going to do letter to father seeking permission.
letter to father seeking his permission. ਆਪਾਂ seek word ਕੀਤਾ ਸੀ ਨਾ, I seek your blessings, ਮੈਨੂੰ ਤੁਹਾਡੀ blessings ਮੈਂ ਚਾਹਨੀ ਆ ਨਾ, seek ਦਾ ਮਤਲਬ ਇਹ ਹੁੰਦਾ ਹੈ। seeking permission ਮਤਲਬ permission ਚਾਹਣ ਲਈ। to join the touring party, tour in TOUR is tour, touring party मतलब tour ਦੇ ਉੱਤੇ ਜਿਹੜਾ tour ਜਾ ਰਿਹਾ ਹੈ, ਜਿਹਨੂੰ ਤੁਸੀਂ tour ਕਹਿੰਦੇ ਹੋ normally, ਹੈ ਨਾ, ਪੰਜਾਬੀ ਵਿੱਚ ਵੀ ਆਪਾਂ tour ਕਹਿ ਦਿੰਦੇ ਆ ਕਈ ਵਾਰ। to join the touring party and requesting him to send the money for the purpose, ਉਹ ਜਿਹੜਾ ਰਾਈਟਰ ਹੈ ਜੋ ਲੈਟਰ ਲਿਖ ਰਿਹਾ ਹੈ, ਉਹ ਕੀ ਚਾਹੁੰਦਾ ਹੈ ਕਿ ਪਰਮਿਸ਼ਨ ਮਿਲ ਜਾਏ ਉਹਨੂੰ ਫਾਦਰ ਤੋਂ to join the touring party, touring party मतलब ਇੱਥੇ ਪਾਰਟੀ ਦਾ ਮਤਲਬ ਹੈ ਗਰੁੱਪ ਜਾ ਰਿਹਾ, ਇੱਕ ਟੂਰ ਤੇ ਜਾ ਰਿਹਾ ਹੈ, ਤੇ ਉਹਨੇ ਰਿਕੁਐਸਟ ਕੀਤੀ ਆਪਣੇ ਫਾਦਰ ਨੂੰ ਕਿ ਇਹਦੇ ਲਈ ਮਨੀ ਵੀ, ਇਸ ਪਰਪਸ ਲਈ ਮੈਨੂੰ ਮਨੀ ਵੀ ਚਾਹੀਦੀ ਹੈ, ਇਸ ਰੀਜ਼ਨ ਲਈ ਜਾਂ ਇਸ ਉਦੇਸ਼ ਲਈ ਮੈਨੂੰ ਪੈਸੇ ਵੀ ਚਾਹੀਦੇ ਆ। ਠੀਕ ਹੈ, ਸੋ ਨਾਓ ਵੀ ਆਰ ਸਟਾਰਟਿੰਗ। ਸੈਨਿਕ ਸਕੂਲ ਕਪੂਰਥਲਾ, ਕੱਲ ਪੁੱਛਿਆ ਸੀ ਨਾ ਇੱਕ ਬੱਚੇ ਨੇ, ਆਈ ਥਿੰਕ ਜਸ਼ਨਦੀਪ ਨੇ ਪੁੱਛਿਆ ਸੀ ਜਾਂ ਕਿਸਨੇ ਪੁੱਛਿਆ ਸੀ ਕਿ ਹੁਣ ਇਹਦੇ ਵਿੱਚ ਕੀ ਹੈ, ਉਹ ਬੱਚਾ ਆਪਾਂ ਇਹ ਮੰਨ ਕੇ ਚੱਲੇ ਆ ਕਿ ਉਹ ਐਗਜ਼ਾਮੀਨੇਸ਼ਨ ਹਾਲ 'ਚ ਹੈ ਜਾਂ ਉਹ ਹੋਸਟਲ ਦੇ ਵਿੱਚ ਹੈ। ਉਹ ਬੱਚਾ ਸੈਨਿਕ ਸਕੂਲ ਕਪੂਰਥਲਾ ਹੈ ਨਾ, ਤਾਂ ਬੱਚਾ ਆਪਣੇ ਸਕੂਲ ਦੇ ਹੋਸਟਲ ਤੋਂ ਆਪਣੇ ਫਾਦਰ ਨੂੰ ਲੈਟਰ ਲਿਖ ਰਿਹਾ ਹੈ। ਠੀਕ ਹੈ, ਸੈਨਿਕ ਸਕੂਲ ਕਪੂਰਥਲਾ December 5, 2020। ਓਕੇ, ਮਾਈ ਡੀਅਰ ਪਾਪਾ। ਹੁਣ ਇੱਥੇ ਯੂ ਕੈਨ ਸੀ, ਦੇਖੋ ਮਾਈ M capital and last word is papa, P is capital, M capital and P capital. A party of students of our school is going out on an educational tour during the winter break. ਹੁਣ ਇੱਥੇ again I am telling you party means group, ਯਾਨੀ ਸਾਡੇ group, ਸਾਡੇ students ਦਾ ਇੱਕ ਸਮੂਹ ਜਿਹੜਾ ਹੈ ਉਹ ਇੱਕ educational trip ਤੇ ਜਾ ਰਿਹਾ ਹੈ ਨਾ। educational trip ਹੋਇਆ ਜਿਵੇਂ ਇੱਕ ਉਹ ਜਿਵੇਂ ਆਪਾਂ ਕਹਿੰਦੇ ਆ ਨਾ ਵਿਦਿਅਕ ਯਾਤਰਾ, ਆਪਾਂ ਜਿਵੇਂ ਕਹਿ ਸਕਦੇ ਆ, ਜਿਹਦੇ ਵਿੱਚ ਤੁਹਾਨੂੰ ਕੁਝ ਸਿੱਖਣ ਲਈ ਮਿਲੇਗਾ, ਤੁਹਾਡੀ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ, ਇਹਦਾ ਕੋਈ ਘੁੰਮਣ ਫਿਰਨ ਲਈ ਨਹੀਂ ਹੈ। ਠੀਕ ਹੈ, ਕੋਈ ਪਿਕਨਿਕ ਨਹੀਂ ਹੈ। ਠੀਕ ਹੈ, ਐਜੂਕੇਸ਼ਨਲ ਟੂਰ ਹੈ ਡਿਊਰਿੰਗ ਦ ਵਿੰਟਰ ਬ੍ਰੇਕ। ਨਾਓ ਵਿੰਟਰ ਬ੍ਰੇਕ ਦਾ ਕੀ ਮਤਲਬ ਹੋਇਆ, ਸਰਦੀਆਂ ਦੀ ਜਿਹੜੀ ਛੁੱਟੀਆਂ ਨੇ, ਬ੍ਰੇਕ ਮਿਲੀ ਹੈ ਜਿਹੜੀ ਤੁਹਾਨੂੰ ਵਿੰਟਰ ਦੇ ਵਿੱਚ, ਤੇ a party of students is going out on an educational tour during the winter break. It will visit Delhi and Agra. ਇਹ ਜਿਹੜੀ ਸਾਡੀ students ਦੀ ਪਾਰਟੀ ਹੈ, group ਹੈ, it will visit Delhi and Agra. ਇਹ आगरा और दिल्ली visit करेगी। ठीक है, educational tour है। and the principal of our school and Mr. HP Singh, इतने कोई भी नाम हो सकता है, president of social science club are leading the party. lead कर रहे हैं मतलब वो दी अगवाई करेंगे इस ग्रुप की। कौन? the principal of our school and Mr. HP Singh। ਇਹਦੀ जगह कुछ भी नाम तुसी लिख सकते हो, मान लो ਤੁਹਾਡੇ head of the department है, ਉਹਨਾਂ ਦਾ ਨਾਮ है, या ਤੁਹਾਡੇ क्लास टीचर है, तुसी लिख सकते हो and Mr. or Mrs. this class in charge of our school our class in charge, या तुसी कह सकते हो ਸਾਡੇ ਜਿਹੜੇ head of the department, head of English department, head of science department, कोई भी चीज ਇੱਥੇ ਲਿਖ ਸਕਦੇ ਹੋ कि ਇਹ ਸਾਡੇ ਨਾਲ ਜਾ ਰਹੇ हैं। ठीक है, the students will visit the Red Fort, the Jama Masjid, the Qutub Minar and the Parliament House in Delhi। ਅਸੀਂ ਸਾਰੇ स्टूडेंट्स की विजिट करांगे the Red Fort, लाल किला। फोर्ट मतलब ਹੁੰਦਾ किला, फोर्ट है ना, जिवें आगरा फोर्ट है, रेड फोर्ट है, किला, कोई भी किला ਉਹਨੂੰ ਕੀ ਕਿਹਾ ਜਾਂਦਾ ਹੈ, फोर्ट। the Jama Masjid, दिल्ली ਦੀ जामा मस्जिद ਤੁਹਾਨੂੰ ਸਾਰਿਆਂ ਨੂੰ ਪਤਾ ਹੈ, बहुत फेमस है। ठीक है, the Qutub Minar, it is also a very famous monument, and the Parliament House, Parliament House की है संसद भवन, संसद भवन। ठीक है, ये भी बहुत फेमस है, तुसी सारियां ने ये देखा होगा, अदरवाइज आई विल शो यू पिक्चर्स आल्सो in Delhi। ਅਸੀਂ ਇਹ ਵਿਜ਼ਿਟ ਕਰਾਂਗੇ। ਬੱਚੇ one thing you must have noticed that we have used the with every monument। ਜਿਹੜੇ ਵੀ ਇਹ ਸਮਾਰਕ ਨੇ ਨਾ, ਚਾਹੇ ਰੈਡ ਫੋਰਟ ਹੈ, monument means ਸਮਾਰਕ,
MONUMENT, monument, ठीक है। either it is Red Fort or Jama Masjid or Qutub Minar, ਜਿਹੜੇ ਵੀ ਨੇ ਨਾ, ਇਹਨਾਂ ਦੇ ਨਾਲ we have used the Taj Mahal, the Red Fort, okay, the Jallianwala Bagh, कोई भी monument होएगा, कोई भी historical place होए, building होएगी, ਉਹਦੇ ਨਾਲ the लगेगा, ठीक है। in Delhi they will visit the Taj Mahal, फिर वो की visit करेंगे, Taj Mahal visit करेंगे, okay। before going to next slide, if you have any questions please ask। ਕਿਸੇ ਦਾ ਕੋਈ ਸਵਾਲ ਹੈ please ਤੁਸੀਂ ਪੁੱਛ ਸਕਦੇ ਹੋ। ਹਾਂਜੀ ਗੁੱਡ ਆਫਟਰਨੂਨ ਮੈਮ। ਹਾਂਜੀ ਗੁੱਡ ਆਫਟਰਨੂਨ ਮੈਮ ਲਾਈਕ ਮੈਮ ਤੁਸੀਂ ਦੱਸਿਆ ਮੈਮ ਜਿੱਦਾਂ ਮੈਮ ਦੋ ਮੈਮ ਯੂਜ਼ ਹੁੰਦਾ ਹੈ ਦਾ ਰੈਡ ਫੋਰਟ ਦਾ ਜਾਮਾ ਮਸਜਿਦ ਮੈਮ ਤੁਸੀਂ ਇਹਨਾਂ ਨੂੰ ਕੀ ਕਹਿੰਦੇ ਨੇ ਮੈਮ ਐਮ ਤੋਂ ਤੁਸੀਂ ਕਿਹਾ ਸੀ ਮੋਨੂਮੈਂਟ MONUMENT ਮੋਨੂਮੈਂਟਸ MONUMENT मतलब कोई भी किसे कोई भी यादगार बिल्डिंग हुई ना उन्होंने मॉन्यूमेंट किया जाता है, ठीक है। ओके मैम। हाँ जी ठीक है। बलजीत कौर प्लीज अब माइक एक बार अनम्यूट करना। यस मैम। टुडे वाज योर एग्जाम? यस मैम, दैट हैज डन। ओके, हाउ वाज इट? मैम गुड। गुड मैम मैम जो तुसी समझाया मैम आया सी एंड आई हैव डन। ओके ग्रेट। यस मैम, थैंक यू मैम। ओके जी। हाँ जी सहलीन कौर। मैम मैं ये पूछना सी ਤੁਹਾਨੂੰ ਕਿ ਤੁਸੀਂ ਐਜੂਕੇਸ਼ਨ ਨੂੰ ਕਿਵੇਂ ਪ੍ਰੋਨਾਂਸ ਕਰਦੇ ਹੋ? बच्चे एजुकेशन बोल सकते हैं, एजुकेशन भी बोल सकते हैं। ओके मैम, मैंने लगा शायद मैं ऐसी गलत कर दिया। ਤੁਸੀਂ एजुकेशन कहना चाहते हो कह सकते हो, both are correct, education is correct, education is correct, both are correct। ਜਿੱਦਾਂ ਤੁਹਾਨੂੰ ਵਧੀਆ ਲੱਗਦਾ ਹੈ ਬੋਲਣ ਨੂੰ ਬੋਲ ਸਕਦੇ ਹੋ, ਠੀਕ ਹੈ। educational trip, education, education, education दोनों ठीक है। डिक्शनरी ਵਿੱਚ ਤੁਹਾਨੂੰ ਇਹ ਦੋਨੋਂ pronunciations correct ਮਿਲਣਗੇ। ओके मैम, थैंक यू मैम। ओके जी। Any other question to ask or we should proceed? Okay, coming to next. So they will visit the Taj Mahal and the fort in Agra. ਤੇ ਅਸੀਂ ਜਿਹੜੇ ਸਾਡਾ ਗਰੁੱਪ ਹੈ ਤਾਜ ਮਹਿਲ ਵਿਜ਼ਿਟ ਕਰਾਂਗੇ ਔਰ ਆਗਰਾ ਫੋਰਟ ਵੀ ਵਿਜ਼ਿਟ ਕਰਾਂਗੇ and the fort in Agra, Agra da किला भी ਅਸੀਂ visit ਕਰਾਂਗੇ। It will be a very interesting tour। ਇਹ ਬਹੁਤ ਇੱਕ ਮਨੋਰੰਜਕ ਟੂਰ ਹੋਏਗਾ, ਬੜਾ ਵਧੀਆ ਟੂਰ ਹੋਏਗਾ। It will enrich our knowledge, ਇਹ ਸਾਡੀ knowledge ਨੂੰ ਵਧਾਏਗਾ। enrich ਹੁੰਦਾ ਹੈ ਹੋਰ ਅਮੀਰ ਬਣਾਉਣਾ, ਹੈ ਨਾ। ਹੋਰ ਇਹ ਵਰਡ ਆਪਾਂ ਪਹਿਲੇ ਵੀ ਕੀਤਾ ਹੋਇਆ enrich, it will enrich, ਇਹ ਸਾਡੀ knowledge ਨੂੰ ਹੋਰ ਅਮੀਰ ਬਣਾਏਗਾ। what does that mean? that means ਕਿ ਇਹਦੇ ਨਾਲ ਸਾਡੀ knowledge ਹੋਰ enhance ਹੋਏਗੀ, ਯਾਨੀ ਜਿਹੜਾ ਸਾਡੀ knowledge ਦਾ ਭੰਡਾਰ ਹੈ ਨਾ ਉਹ ਹੋਰ ਜ਼ਿਆਦਾ ਵੱਧ ਜਾਏਗਾ, ਠੀਕ ਹੈ। we'll be able to see for ourselves the buildings and places about which we have so far only read in books। ਅਸੀਂ ਉਹਨਾਂ buildings ਨੂੰ, ਇਹ ਦੇਖੋ ਹੁਣ ਇੱਥੇ ਇੱਕ sentence ਹੈ we'll be able to see for ourselves, ਅਸੀਂ ਵੇਖਾਂਗੇ ਆਪਣੇ ਲਈ। ਇਹਦਾ ਕੀ ਮਤਲਬ ਹੈ ਇੱਥੇ? the buildings and places, ਉਹ buildings, ਉਹ ਜਗ੍ਹਾ about which we have so far only read in books, ਜਿਹਦੇ ਬਾਰੇ ਹੁਣ ਤੱਕ ਅਸੀਂ, so far ਦਾ ਮਤਲਬ ਹੁੰਦਾ ਹੈ ਹੁਣ ਤੱਕ ਅਸੀਂ ਸਿਰਫ ਕਿਤਾਬਾਂ ਦੇ ਵਿੱਚ ਪੜ੍ਹਿਆ ਸੀਗਾ, ਉਹਨਾਂ ਨੂੰ ਸਾਨੂੰ ਖੁਦ ਦੇਖਣ ਦਾ ਮੌਕਾ ਮਿਲੇਗਾ। ਖੁਦ we'll be able to see for ourselves, selves, ਠੀਕ ਹੈ। ਖੁਦ ਨੂੰ ਦੇਖਣ ਦਾ ਮੌਕਾ ਮਿਲੇਗਾ, ਠੀਕ ਹੈ ਨਾ। ourselves, themselves, himself, ਜਿਵੇਂ ਅਸੀਂ ਕਿਹਾ he himself, he himself will go there, ਉਹ ਉੱਥੇ ਖੁਦ ਜਾਏਗਾ। she herself will go there, ਉਹ ਉੱਥੇ ਖੁਦ ਜਾਏਗੀ। they themselves, selves, selves will go there, ਉਹ ਉੱਥੇ ਖੁਦ ਜਾਣਗੇ, ਠੀਕ ਹੈ।
ਇੱਥੇ ਵੀ ਹੈ we'll be able to see for ourselves, ਸਾਨੂੰ ਖੁਦ ਨੂੰ ਦੇਖਣ ਦਾ ਮੌਕਾ ਮਿਲੇਗਾ ਇਹ ਚੀਜ਼ਾਂ, the buildings and the places which we had read so far in the books only, ਜੋ ਅਸੀਂ ਸਿਰਫ ਹਜੇ ਤੱਕ ਕਿਤਾਬਾਂ ਵਿੱਚ ਹੀ ਜਿਨ੍ਹਾਂ ਬਾਰੇ ਪੜ੍ਹਿਆ ਸੀ। only read, we have only read, so ਇੱਥੇ ਨੂੰ read ਨਹੀਂ ਬੋਲਣਾ because have ਆਇਆ, have ਨਾਲ we always use third form, I had told you, has, have, had ਨਾਲ we always use third form of the verb, so ਇਹਨੂੰ ਅਸੀਂ ਕੀ ਬੋਲਣਾ ਹੈ, we have only read in books, so I request you to permit me to join the party, ਮੈਂ ਤੁਹਾਨੂੰ request ਕਰਦੀ ਹਾਂ ਜਾਂ ਕਰਦਾ ਹਾਂ to permit me, permit ਦਾ ਮਤਲਬ ਕੀ ਹੁੰਦਾ ਹੈ, permission ਦੇਣਾ, ਆਗਿਆ ਦੇਣਾ, to join the party, ਠੀਕ ਹੈ ਜੀ, ਸਮਝ ਆ ਗਈ ਜਾਂ ਕਿਸੇ ਨੇ ਕੁਝ ਪੁੱਛਣਾ ਹੈ? ਹਾਂਜੀ ਰੁਪਿੰਦਰ ਕੌਰ ਬੋਲੋ ਜੀ, ਰੁਪਿੰਦਰ ਕੌਰ ਬਹੁਤ ਦਿਨਾਂ ਬਾਅਦ ਆਏ हैं। मैम गुड आफ्टरनून। ਹਾਂਜੀ ਗੁੱਡ ਆਫਟਰਨੂਨ। मैम जो इसकी थर्ड लाइन है सो फार, ਇਹਦਾ मीनिंग ਕੀ ਹੁਣ ਤੱਕ? so far ਮਤਲਬ ਹਾਂ ਹੁਣ ਤੱਕ ਆਪਾਂ ਕਹਿੰਦੇ ਨਾ so far we have done, ਹੁਣ ਤੱਕ। ਕਰੈਕਟ ਪ੍ਰੋਨਾਂਸੀਏਸ਼ਨ ਇਦਾਂ ਹੀ ਆ ਕਿ ਮਤਲਬ ਕਿ ਇਹਦੇ ਚ So मीनिंग far। ਨਾ ਬੱਚੇ so far ਆਪਾਂ ਕਹਿੰਦੇ ਆ ਮਤਲਬ ਜਿੰਨੀ ਕੁ ਦੂਰ ਤੱਕ ਆਪਾਂ ਪੜਿਆ ਹੈ ਤਾਂ ਦੂਰ ਤਾਂ ਆਪਾਂ ਯੂਜ਼ ਨਹੀਂ ਕਰਾਂਗੇ, ਆਪਾਂ ਕਵਾਂਗੇ ਜਿੱਥੇ ਤੱਕ ਅਸੀਂ ਜੋ ਹੁਣ ਤੱਕ ਅਸੀਂ ਕਿਤਾਬਾਂ 'ਚ ਪੜਿਆ। so far ਦਾ ਇੱਥੇ ਮਤਲਬ ਹੈ ਵੀ ਪਹਿਲਾਂ ਤੋਂ ਲੈ ਕੇ ਹੁਣ ਤੱਕ so far। ਐਂਡ ਮੈਮ ਜੇ ਆਪਾਂ ਕਹੀਏ ਵੀ ਆਪਾਂ ਪਾਸਟ ਵਿੱਚ ਪੜਿਆ ਸੀ ਤਾਂ ਆਪਾਂ ਨੂੰ ਰੈਡ ਕਵਾਂਗੇ? ਨਾ ਬੱਚੇ ਪੜਿਆ ਸੀ ਅਗਰ ਕਹਿਣਾ ਹੋਵੇ ਤਾਂ we had read, ਫਿਰ ਇੱਥੇ had ਆ ਜਾਂਦਾ। ਜੋ ਇੱਥੇ we have so far ਦਾ ਮਤਲਬ ਹੈ ਜੋ ਅਸੀਂ ਹੁਣ ਤੱਕ ਕਿਤਾਬਾਂ ਵਿੱਚ ਹੀ ਪੜਿਆ ਹੋਇਆ ਹੈ ਉਹਨੂੰ ਦੇਖਣ ਦਾ ਮੌਕਾ ਮਿਲੇਗਾ। ਅਗਰ ਮੈਂ ਕਹਿਣਾ ਪੜਿਆ ਹੋਇਆ ਸੀ ਤਾਂ have ਦੀ ਜਗ੍ਹਾ had ਆ ਜਾਏਗਾ। ओके, मतलब मैं रीड तो ਆਪਾਂ ਉਤਨੀ ਕਵਾਂਗੇ ਕਿ ਰੈਡ ਕਵਾਂਗੇ? नो बच्चे ਇਹਨੂੰ ਬੋਲਣਾ रेड ही है क्योंकि have ਲੱਗਿਆ है। has, have, had ਨਾਲ ਹਮੇਸ਼ਾ ਥਰਡ ਫਾਰਮ ਆਫ ਵਰਬ ਯੂਜ਼ ਹੁੰਦੀ ਹੈ। ओके मैम। प्रेजेंट परफेक्ट होवे, पास्ट परफेक्ट होवे या फ्यूचर परफेक्ट होवे, अगर has, have, had लगे है तो you have to use third form of the verb। ओके मैम, ठीक है? ओके मैम। हाँ जी, थैंक यू हाँ मैम। जी, ओके जी। हाँ जी 12832। मैम गुड आफ्टरनून। हाँ जी गुड आफ्टरनून। मैम तुसी क्या जे हैव लग गया तो आप READ रेड पढ़ेंगे। मैम जे फर्स्ट फॉर्म भी बोलनी होवे तो आप रीड ही कहेंगे। बच्चे क्यों बोलनी है? क्योंकि हैव लग गया हुआ है ना, अपन फर्स्ट फॉर्म क्यों बोलेंगे? नहीं मैम जी अपन वैसे सेंटेंस यूज करते हैं जिवें आई एम। it depends like देखो I am going to give you some examples। लिखा होवे I have READ the book, I have उस तो बाद READ लिखा है, so इत्थे मैंने पता चल रहा है I have read the book, क्योंकि have लग गया मैं थर्ड इनू read ही बोलांगी। he मान लो लिखा होवे I READ this book every day, I read this book every day तो हो ही नहीं सकता। everyday मतलब मैं हर रोज ये बुक पढ़ती हाँ, तो फिर ਅਸੀਂ फर्स्ट फॉर्म यूज करते ਹੁੰਦੇ ਆ ਨਾ ਜੋ ਸਾਡੀ ਰੂਟੀਨ ਹੋਵੇ। read, I read this book every day, I read this part every day, मैं इस पाठ ਨੂੰ ਰੋਜ਼ ਰੀਡ ਕਰਦੀ ਹਾਂ। I read this lesson every day, ਉੱਥੇ ਅਸੀਂ ਰੀਡ ਬੋਲਾਂਗੇ। ਹੁਣ ਮੰਨ ਲਓ ਸਿੰਪਲ ਆ ਜਾਏ I read the story, ਬਸ ਇੰਨਾ ਲਿਖਿਆ ਹੈ, ਤੁਹਾਨੂੰ ਪਤਾ ਨਹੀਂ ਚੱਲ ਰਿਹਾ, ਉੱਥੇ ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ। ओके मैम, ठीक है। बट हुन देखो एक और सेंटेंस है he READ the book, हुन ਤੁਹਾਨੂੰ ਨਹੀਂ ਪਤਾ ਚੱਲਿਆ he read the book ਆਏਗਾ ਕਿ he read the book ਆਏਗਾ। यस मैम। ਹੁਣ ਇੱਥੇ ਤੁਸੀਂ ਕੀ ਕਰੋਗੇ? ਅਗਰ ਪ੍ਰੈਜ਼ੈਂਟ ਹੁੰਦਾ ਤਾਂ ਰੀਡਸ ਆਇਆ ਹੁੰਦਾ, ਜੇ ਪ੍ਰੈਜ਼ੈਂਟ ਹੁੰਦਾ ਤਾਂ s ਲੱਗਿਆ ਹੁੰਦਾ ਨਾ ਨਾਲ। यस मैम। he ਹੈ he reads this book every day, ਫਿਰ ਉੱਥੇ ਰੀਡ ਬੋਲਣਾ ਹੈ। बट ਉੱਥੇ ਕੁਝ ਨਹੀਂ ਲਿਖਿਆ READ ਕੱਲਾ ਲਿਖਿਆ ਤਾਂ ਫਿਰ ਉਹ ਪਾਸਟ ਹੀ ਪੜਾਂਗੇ ਉਹਨੂੰ read the book। so it depends upon ਇਹ ਸੈਂਟੈਂਸ ਸਟਰਕਚਰ ਦੇ ਉੱਪਰ ਡਿਪੈਂਡ ਕਰਦਾ ਸੈਂਟੈਂਸ ਕਿੱਦਾਂ ਦਾ ਲਿਖਿਆ ਹੋਇਆ ਹੈ। ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਹੁਣੇ ਦਿੰਨੀ ਆ ਇਹਦੇ ਤੋਂ ਬਾਅਦ ਨਾ, ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਹੁਣੇ ਇੱਕ ਸਲਾਈਡ ਤੇ ਬਣਾ ਕੇ ਦੱਸਦੀ ਹਾਂ ਕਿ ਅਗਰ ਇਹ ਲਿਖਿਆ ਹੋਏਗਾ ਤੇ ਇਦਾਂ ਇਹਨੂੰ ਕਿਉਂ ਬੋਲਣਾ ਹੈ। ਠੀਕ ਹੈ? so we have ਇੱਥੇ ਤਾਂ ਸਿੱਧਾ ਦਿਖ ਹੀ ਰਿਹਾ we have so far only read in books ਤੇ have ਲੱਗ ਗਿਆ तो थर्ड फॉर्म ही लगेगी, यदि थर्ड फॉर्म तो रेड ही बोल दिया ना। ओके मैम। ठीक है? यस मैम, थैंक यू। गुड इवनिंग मैम। हाँ जी गुड इवनिंग मैम
concession मैम की हो मैं करवा रही हूँ बच्चे, करवानी है इस तो बाद। मैम ਇੱਥੇ ਤੱਕ कोई डाउट है ਤੁਹਾਡਾ? मैम यस मैम CONCSSION ਬੱਚੇ ਜੀ this paragraph is yet to be done, ਇਹ ਹਜੇ ਅਸੀਂ ਕਰਨਾ ਹੈ। till now ਅਸੀਂ ਇਹ ਵਾਲਾ first paragraph ਤਾਂ ਕਰ ਚੁੱਕੇ ਹਾਂ, join the party ਤੇ ਕਰ ਚੁੱਕੇ ਹਾਂ। if you have any doubts okay मैम so far, मैम ਹੁਣ ਜਿਹੜੀ ਤੱਕ ਕੋਈ starting doubt line ਹੈ ਉਹਦੇ ਵਿੱਚੋਂ ਪੁੱਛ ਲਓ। next paragraph मैम ਅਸੀਂ ਜਿਵੇਂ starting start line ਕਰਾਂਗੇ। the FORT ਇਹਨੂੰ ਕਿਵੇਂ pronounce ਕਰਾਂ? fort, fort, fort ਦਾ ਮਤਲਬ ਹੁੰਦਾ ਕਿਲਾ, रेड फोर्ट, आगरा फोर्ट, है ना, फोर्ट, समझ गए? हाँ जी गगनदीप, समझ आ गया? यस मैम हाँ जी, फोर्ट। ओके ओके, ओके, अच्छा है, ਇਹਦੇ ਵਿੱਚ क्वेश्चंस आ रहे हैं। हाँ, TOUR, टूर, टूर, ठीक है, टूर। हाँ जी, तुसी कॉन्फिडेंट दा ऑपोजिट डिफिडेंट, यस, डिफिडेंट, कॉन्फिडेंट दा ऑपोजिट डिफिडेंट। ओके, सो देखो हुणे मैं की पूछा क्या सीगा कि तुसी ओदे विचों क्वेश्चन पूछ लो दैट वी हैव डन सो फार, जो ਅਸੀਂ ਹੁਣ तक कर चुके हैं ओदे विचों कोई क्वेश्चन, ठीक है? ओके, कमिंग टू नेक्स्ट पैराग्राफ। हाँ जी, एक और क्वेश्चन है। हाँ जी बोलो जी मैम। हाँ जी, हाँ जी मैम ਤੁਸੀਂ ਬੋਲਿਆ ਸੀ ourselves themselves, ਇੱਕ ਹੋਰ ਕੀ ਬੋਲਿਆ ਸੀ? himself, himself, himselves नहीं आएगा, himself क्योंकि सिंगुलर है ना, himself। ਤੈਨੂੰ ਸੀ ਨਾ ਮੈਮ? हाँ जी बेटे, ਤੈਨੂੰ ਸੀ ਮੈਮ? बच्चे एक में he himself, I myself, she herself, they themselves, we ourselves, and ਹੋਰ ਕਿਹੜਾ ਰਹਿ ਗਿਆ? you yourself भी हो सकता है, yourselves भी हो सकता है, you ਦੇ ਨਾਲ ਦੋਨੋਂ ਚੱਲ ਸਕਦੇ हैं। ਜਿਵੇਂ ਅਗਰ ਦੇਖੋ ਅਸੀਂ ਸਾਹਮਣੇ ਮੇਰੇ ਇੱਕ ਜਣਾ ਖੜਾ ਹੋਵੇ ਉਹਨੂੰ ਵੀ ਮੈਂ you ਕਹਿੰਦੀ ਆ, ठीक है? अगर मेरे सामने 4 जने खड़े होंगे तावी मैं यू कहनी है, ठीक है ना? जिवें अगर एक तो ज्यादा जणियां नूं कहना होवे तां मैं की कहांगी? You yourselves, है ना? यस मैम, है ना? तो फिर ਅਸੀਂ yourselves कहांगे, है ना? एंड अगर मैं एक जने नूं कहांगे तो yourself कहांगे, ठीक है? हाँ, it's the itself, ठीक है बलजीत कौर, it's the itself, ठीक है? ओके, थैंक यू मैम। ओके जी। Okay, the school will meet half of the expenditure. Now expenditure का मतलब होता है खर्चा, expenditure, जो खर्चा आएगा उसका अद्धा स्कूल भरेगा। इथे meet का मतलब है भरना, to meet। एक तो meet का मतलब होता है ना मिलना, when are you going to meet me, तुसी मैनू कदों मिलोगे। एक to meet someone's expenses का मतलब होता है खर्चे भरना, ठीक है? The school will meet half of the expenditures, जेड़ा जिन्ना खर्चा होएगा, जिन्ना expenditure होएगा, ओदे विचों अद्धा स्कूल भरेगा। Moreover, इस तो इलावा we are going to have a railway concession, सानू रेलवे कंसेशन भी मिलेगा। कंसेशन हुंदी है छूट, ਆਪਾਂ ਜਿਹਨੂੰ ਕਹਿੰਦੇ ਆ ਨਾ छूट, कंसेशन। ਤੁਸੀਂ ਸਾਰੇ ਨੇ ਸਕੂਲ ਦੇ ਵਿੱਚ ਕੀਤਾ ਹੋਏਗਾ, ਰਾਈਟ ਐਨ ਐਪਲੀਕੇਸ਼ਨ ਟੂ ਯੋਰ ਪ੍ਰਿੰਸੀਪਲ ਫॉर ਰਿਗਾਰਡਿੰਗ ਫੀ ਕੰਸੈਸ਼ਨ, ਜਿਹੜੀ ਤੁਹਾਨੂੰ ਫੀ ਦੇ ਵਿੱਚ ਛੂਟ ਮਿਲਦੀ ਹੁੰਦੀ ਹੈ ਨਾ, ਫੀ ਕੰਸੈਸ਼ਨ। ਜਿਵੇਂ ਅਸੀਂ ਕਹਿੰਦੇ ਆ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਫੀ ਕੰਸੈਸ਼ਨ ਮਿਲਦੀ ਹੁੰਦੀ ਹੈ, ਫੀ ਦੇ ਵਿੱਚ ਛੂਟ ਮਿਲਦੀ ਹੁੰਦੀ ਹੈ, ਠੀਕ ਹੈ? ਸੋ ਇੱਥੇ ਰੇਲਵੇ ਕੰਸੈਸ਼ਨ ਦਾ ਮਤਲਬ ਹੈ ਵੀ ਸਾਨੂੰ ਰੇਲਵੇ ਵੱਲੋਂ ਵੀ ਕੁਝ ਪੈਸੇ ਦੀ ਛੂਟ ਮਿਲੇਗੀ। ਮੋਰਓਵਰ ਵੀ ਆਰ ਗੋਇੰਗ ਟੂ हैव रेलवे कंसेशन, सानू रेलवे जेडे रेलवे वाले भी है ना, वो भी सानू छूट देंगे, कंसेशन देंगे। सो वी आर बीइंग चार्ज्ड जस्ट ₹1000 per head,
we are being charged passive voice ਸਾਡੇ ਕੋਲੋਂ ਸਿਰਫ 1000 पर head charge ਕੀਤੇ ਜਾ ਰਹੇ ਹਨ। we are being charged passive voice है charge ਕੀਤੇ ਜਾ ਰਹੇ ਹਨ। ठीक है 1000 per head ਦਾ ਇੱਥੇ ਮਤਲਬ ਹੈ ਇੱਕ ਬੰਦੇ ਦਾ per head ਇੱਥੇ head ਇਹ ਨਹੀਂ ਵੀ ਇੱਕ ਸਿਰ ਦੇ per head ਦਾ ਮਤਲਬ ਹੁੰਦਾ ਹੈ ਕਿ ਇੱਕ ਬੰਦੇ ਦਾ 1000 ਰੁਪਇਆ ਸਾਡੇ ਕੋਲੋਂ ਲਿਆ ਜਾ ਰਿਹਾ ਹੈ। ਕਲੀਅਰ ਇਟਸ ਨਾਟ ਅ ਬਿਗ ਅਮਾਉਂਟ। ਸੋ ਅਸੀਂ ਆਪਣੇ ਫਾਦਰ ਨੂੰ ਕਹਿ ਰਹੇ ਹਾਂ ਹੈ ਨਾ ਕਿ ਅਸੀਂ ਪਹਿਲੇ ਵੀ ਗੱਲ ਕੀਤੀ ਸੀ ਯੂ ਹੈਵ ਟੂ ਬੀ ਨੈਚੁਰਲ ਇਨ ਯੋਰ ਰਾਈਟਿੰਗ। ਸੋ ਅਸੀਂ ਆਪਣੇ ਫਾਦਰ ਨੂੰ ਜਾਂ ਮਦਰ ਨੂੰ ਕਈ ਵਾਰ ਕਹਿ ਦਿੰਦੇ ਨਾ ਕਿ ਇਹ ਤਾਂ ਕੋਈ ਇੰਨੀ ਮੰਮੀ ਵੱਡੀ ਰਕਮ ਨਹੀਂ ਹੈ ਨਾ ਇਟਸ ਨਾਟ ਅ ਬਿਗ ਅਮਾਉਂਟ ਇਹ ਕੋਈ ਵੱਡੀ ਰਕਮ ਨਹੀਂ ਹੈ। I am anxiously waiting for your reply anxiously ਹੁੰਦਾ eagerly ਬੜੀ eagerness ਦੇ ਨਾਲ ਵੀ ਮੈਂ ਬੜੀ ਉਹਦੇ ਨਾਲ ਤੁਹਾਡੀ ਵੇਟ ਕਰਾਂਗਾ। anxious ਹੋ ਕੇ ਬੜਾ eager ਹੋ ਕੇ ਬੜੇ eager ਨੂੰ ਕੀ ਕਵਾਂਗੇ ਅਸੀਂ ਪੰਜਾਬੀ ਦੇ ਵਿੱਚ EAGE ਜਾਂ anxious ਹੁੰਦਾ ਹੈ ਉਤਾਵਲੇਪਨ ਨਾਲ ਉਤਸੁਕਤਾ ਯੈਸ ਉਤਸੁਕਤਾ ਜਾਂ ਉਤਾਵਲੇਪਨ ਨਾਲ ਮੈਂ ਤੁਹਾਡੀ ਰਿਪਲਾਈ ਦੀ ਵੇਟ ਕਰੂੰਗੀ है ना बड़ी उत्सुकता एग्जैक्ट वर्ड है बिल्कुल सही ठीक है so that I may offer my name as one of the members of the party so ताकि मैं अपना नाम इस पार्टी दे एक मेंबर वजों ऑफर कर सका मतलब अपना नाम आगे दे सका कि मैं भी जाना है ना so I'm anxiously waiting for your reply means answer REPLY reply means answer मैं ਤੁਹਾਡੇ ਆਨਸਰ ਦੀ ਬੜੇ ਉਤਸੁਕਤਾ ਨਾਲ ਵੇਟ ਕਰ ਰਹੀ ਹਾਂ ਤਾਂ ਕਿ ਮੈਂ ਆਪਣਾ ਨਾਮ as one of the members of the party ਅੱਗੇ ਦੇ ਸਕਾਂ ਠੀਕ ਹੈ offer my name offer ਕਰਨਾ मतलब ਅੱਗੇ ਦੇਣਾ okay the last date for giving names and ਹਾਂਜੀ ਬੋਲੋ ਜੀ Ma'am, due to some network error, I could not hear concession meaning. Okay meaning of concession ठीक है बाकी लाइन ਤੁਸੀਂ ਬਹੁਤ ਵਧੀਆ ਬੋਲੀ meaning I could not be able to get the meaning of concession ਹੁੰਦਾ ਬੱਚੇ ਛੂਟ concession ਛੂਟ Ma'am, railway concession meaning? ਬੱਚੇ concession ਮਤਲਬ ਸਾਨੂੰ ਰੇਲਵੇ ਵੱਲੋਂ ਵੀ ਕੁਝ ਛੋਟ ਦਿੱਤੀ ਜਾ ਰਹੀ ਹੈ Okay. ਜਿਵੇਂ ਆਪਾਂ ਕਹਿੰਦੇ ਆ ਨਾ ਸਕੂਲ ਦੇ ਵਿੱਚ ਅਸੀਂ ਆਪਣੇ ਪ੍ਰਿੰਸੀਪਲ ਨੂੰ ਕਈ ਵਾਰ ਐਪਲੀਕੇਸ਼ਨ ਲਿਖਦੇ ਆ ਕਿ ਮੇਰੇ ਪਿਤਾ ਜੀ ਮੇਰੀ ਫੀਸ ਨਹੀਂ ਦੇ ਸਕਦੇ ਪੂਰੀ ਫੀਸ ਨਹੀਂ ਦੇ ਸਕਦੇ ਮੈਨੂੰ ਕਿਰਪਾ ਕਰਕੇ ਮੈਨੂੰ ਫੀਸ ਦੇ ਵਿੱਚ ਕੁਝ ਕੰਸੈਸ਼ਨ ਦਿੱਤਾ ਜਾਵੇ ਕੁਝ ਛੋਟ ਦਿੱਤੀ ਜਾਵੇ Okay, ma'am. ਹੈ ਨਾ ਵੀ ਪੂਰੀ ਨਾ ਲਈ ਜਾਵੇ ਕੁਝ ਕੰਸੈਸ਼ਨ ਦਿੱਤੀ ਜਾਵੇ ਸੋ ਦੈਟ ਇਜ਼ ਛੋਟ which ਇੱਕ ਤਾਂ ਵੈਸੇ ਵੀ ਸਕੂਲ ਅੱਧਾ ਐਕਸਪੈਂਡੀਚਰ ਸਕੂਲ ਮੀਟ ਕਰ ਰਿਹਾ ਹੈ ਤੇ ਬਾਕੀ ਦਾ ਕੁਝ ਛੂਟ ਜਿਹੜੀ ਹੈ ਰੇਲਵੇ ਵਾਲੇ ਵੀ ਦੇ ਰਹੇ ਹੈ ਸੋ ਸਾਡੇ ਕੋਲੋਂ ਸਿਰਫ 1000 ਰੁਪਏ ਲਿਆ ਜਾ ਰਿਹਾ पर हेड ਦਾ ਮਤਲਬ ਇੱਕ ਜਣੇ ਦਾ 1000 ਰੁਪਏ ਠੀਕ ਹੈ Ma'am, ourself ਦਾ ਕੀ meaning ਹੈ ਇੱਥੇ? ਉੱਪਰ ਵਾਲੇ ਪੈਰਾਗ੍ਰਾਫ ਚ ਪੁੱਛ ਰਹੇ ਹੋ Ma'am, see yes. for ourselves ਇੱਥੇ ourselves ਮਤਲਬ ਸਾਨੂੰ ਖੁਦ ਨੂੰ ਦੇਖਣ ਦਾ ਮੌਕਾ ਮਿਲੇਗਾ Okay. ਅਸੀਂ ਆਪਣੇ ਆਪ ਦੇਖਾਂਗੇ ਉਹਨਾਂ ਚੀਜ਼ਾਂ ਨੂੰ ਜੋ ਹਜੇ ਅਸੀਂ ਪੜ੍ਹੀਆਂ ਹੀ ਸੀਗੀਆਂ see for ourselves ਅਸੀਂ ਆਪਣੇ ਲਈ ਆਪ ਦੇਖਾਂਗੇ ਉਹਨਾਂ ਨੂੰ ਇੱਥੇ see for ourselves ਦਾ ਮਤਲਬ ਹੈ ਵੀ ਅਸੀਂ ਖੁਦ ਦੇਖਾਂਗੇ ਉਹਨਾਂ ਚੀਜ਼ਾਂ ਨੂੰ Okay, ma'am. ठीक है Thank you okay जी हाँ जी मैम हाँ जी मैम how do we pronounce EXPENDITURE बच्चे expenditure मैम मीनिंग खर्चा हाँ the school will meet half of the expenditure ਜਿੰਨਾ ਖਰਚਾ ਆਣਾ ਹੈ ਜਿੰਨਾ ਇਹਦੇ ਤੇ ਖਰਚਾ ਹੋਣਾ ਹੈ ਟੂਰ ਤੇ ਉਹਦੇ ਵਿੱਚੋਂ ਹਾਫ ਜਿਹੜਾ ਹੈ ਉਹ ਸਕੂਲ ਮੀਟ ਕਰੇਗਾ ਮਤਲਬ ਉਹ ਸਕੂਲ ਭਰੇਗਾ ਇੱਥੇ ਮੀਟ ਦਾ ਮਤਲਬ ਹੈ ਭਰਨਾ got it yes ma'am thank you ਹਾਂ ਮੈਮ ਸਾਰ ਲੈਣਾ ਨੂੰ ਕੀ ਕਹਾਂਗੇ ਸਾਰ ਲੈਣਾ ਮਤਲਬ ਸਾਰ ਲੈਣਾ ਕਿੰਨਾ ਮਤਲਬ ਬੱਚੇ ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ ਨਰਗਿਸ ਸਾਰ ਲੈਣਾ ਕਿਸੇ ਚੀਜ਼ ਨਾਲ ਸਾਰ ਲੈਣਾ हाँ मैनेज कर लेना यस वेरी गुड
ਯੈਸ, ਜਿਵੇਂ ਅਸੀਂ ਕਿਹਾ ਵੀ ਮੈਂ ਤੁਸੀਂ ਮੈਨੂੰ 1000 ਰੁਪਏ ਭੇਜੋਗੇ, ਆਪਾਂ ਇਹਦੀ ਨਹੀਂ ਗੱਲ ਕਰਦੇ, ਆਪਾਂ ਵੈਸੇ ਕਹਿ ਦਿੰਦੇ ਵੀ ਮੈਂ ਇਹਦੇ ਨਾਲ ਸਾਰ ਲੂੰਗਾ, ਆਈ ਕੈਨ ਮੈਨੇਜ ਵਿਦ 500 ਰੁਪੀਸ, ਸਾਰ ਲੈਣਾ, ਠੀਕ ਹੈ, ਮੈਨੇਜ ਵਿਦ, ਠੀਕ ਹੈ। The last date for giving names and depositing money is 10th December. ਜਿਹੜੀ ਮਨੀ ਦੇਣ ਦੀ, ਡਿਪੋਜ਼ਿਟ ਕਰਨ ਦੀ ਜਿਹੜੀ ਲਾਸਟ ਡੇਟ ਹੈ, ਆਪਣਾ ਨਾਮ ਦੇਣ ਦੀ, ਫॉर गिविंग नेम्स, ਆਪਣੇ ਆਪਣੇ ਨਾਮ ਦੇਣੇ ਹੁੰਦੇ ਨਾ, ਕਿ ਮੈਂ ਜਾਣਾ ਹੈ ਨਾ, ਲਿਸਟ ਭੇਜਣੀ ਹੁੰਦੀ ਹੈ, ਆਪਣੇ ਨੇਮਸ ਦੇਣੇ ਹੁੰਦੇ ਹਨ। ਸੋ ਲਾਸਟ ਡੇਟ ਫॉर गिविंग नेम्स and depositing money is 10th December, ਉਹਦੀ ਲਾਸਟ ਡੇਟ ਹੈ। with regards to dear mummy, ਮਮੀ ਲਈ ਬਹੁਤ ਸਾਰਾ ਸਤਿਕਾਰ, yours affectionately, affectionate ਹੁੰਦਾ ਹੈ ਪਿਆਰਾ, ਹੈ ਨਾ, affectionately, but ਤੁਹਾਡਾ ਪਿਆਰਾ, and your name, ਜੋ ਵੀ ਤੁਹਾਡਾ ਨਾਮ, ਠੀਕ ਹੈ ਜੀ। ਹਾਂਜੀ ਮੈਮ ਹਾਂ ਮੈਮ ਜਿਹੜਾ ਤੁਸੀਂ ਹੁਣੇ ਕਰਵਾਇਆ ਹੋਇਆ yours affectionately, ਮੈਮ ਇਹਦੇ ਵਿੱਚ ਤੁਸੀਂ ਕੱਲ ਦੱਸਿਆ, ਸ਼ਾਇਦ ਮੈਨੂੰ ਮੈਂ ਸੁਣ ਨਹੀਂ ਪਾਈ ਹੋਣੀ, yours affectionately ਦੇ ਮੈਮ ਨਾਲ ਕੋਮਾ ਲਗਾਉਣਾ, ਜਿੱਦਾਂ ਅਸੀਂ obediently ਲਿਖਣਾ ਵਾ ਜਾਂ ਫਿਰ ਨਹੀਂ ਬੱਚੇ, faithfully? ਨਹੀਂ ਬੱਚੇ, ਉੱਥੇ ਨਹੀਂ, ਮੈਂ ਕੋਮਾ ਦੀ ਗੱਲ ਪਤਾ ਕਿੱਥੇ ਕੀਤੀ ਸੀਗੀ, ਮੈਂ ਤੁਹਾਨੂੰ ਨਾ ਇੱਕ ਸਲਾਈਡ ਹੋਰ ਦਿਖਾਣੀ ਆ, ਚਲੋ। ਸਪੋਜ਼ ਮੈਂ ਲਿਖਣਾ ਹੈ yours affectionately, can you see the screen? yes ma'am। ਹਾਂਜੀ, ਇਹਦੇ ਵਿੱਚ ਮੈਂ ਕੋਮਾ ਪਤਾ ਕਿੱਥੇ ਕਿਹਾ ਸੀਗਾ, YOUR apostrophe S, ਇਹ ਗਲਤ ਹੈ, ਇਹ ਨਹੀਂ ਲਗਾਣਾ, this is wrong, ਹਾਂਜੀ ਮੈਮ। ਇਹ ਨਹੀਂ ਲਗਾਣਾ, ਠੀਕ ਹੈ। ਤੁਸੀਂ ਸਿੰਪਲ ਲਿਖਣਾ yours affectionately। ਮੈਮ ਪਹਿਲੇ ਅਸੀਂ ਵੀ ਲਗਾਉਂਦੇ ਹੁੰਦੇ ਸੀ ਤੇ ਬਾਅਦ ਵਿੱਚ ਸਾਨੂੰ ਹਾਂ। ਵੀ ਦੱਸਿਆ ਸਾਡੇ ਟੀਚਰ ਨੇ ਕਿ ਨਹੀਂ ਲਗਾਉਣਾ। ਹਾਂ, ਇਸ ਤੋਂ ਬਾਅਦ ਕੋਮਾ ਨਹੀਂ ਲਗਾਣਾ, ਮੈਮ ਇੱਥੇ ਵੀ ਨਹੀਂ ਲਗਾਉਣਾ? ਇੱਥੇ ਵੀ ਨਹੀਂ ਲਗਾਣਾ, ਠੀਕ ਹੈ। ਓਕੇ ਮੈਮ। one more thing I forgot to tell you yesterday, ਅਗਰ ਤੁਸੀਂ ਇੱਥੇ ਮੈਂ ਹਰ ਵਾਰੀ ਲਗਾਉਂਦੀ ਹੁੰਦੀ। ਨਹੀਂ ਬਿਲਕੁਲ ਨਹੀਂ ਲਗਾਣਾ, ਠੀਕ ਹੈ। ਅਗਰ ਤੁਸੀਂ Okay, ਲਿਖਣਾ ਹੋਵੇ your affectionate son, ਹਾਂਜੀ, son ਜਾਂ daughter, फिर yours नहीं लगेगा, like you will write your affectionate son या ਓਕੇ ਮੈਮ। yours affectionately, yours obediently या yours obedient son, तो फिर s नहीं लगेगा। अगर affectionately करोगे फिर yours लगेगा, your affectionate son मतलब ਤੁਹਾਡਾ ਪਿਆਰਾ ਪੁੱਤਰ, ਓਕੇ ਮੈਮ। ठीक है। फिर ਅਸੀਂ s नहीं लगावांगे, बट apostrophe एंड कॉमा ਦੋਨਾਂ ਵਿੱਚ नहीं लगेगा, ਕਿਸੇ ਟਾਈਮ ਤੇ ਲੱਗਦਾ ਹੁੰਦਾ ਸੀਗਾ, ਹਾਂਜੀ, ਹੁਣ ਨਹੀਂ ਲੱਗਦਾ, ਠੀਕ ਹੈ। ਹੁਣ ਦੋਨਾਂ ਵਿੱਚ ਨਹੀਂ ਨਾ ਲੱਗਣਾ, ਨਾ ਨਹੀਂ ਇਸ ਸਨ ਲੱਗਣਾ, ਵਾਲੇ ਨਹੀਂ ਵਿੱਚ। ਲੱਗਣਾ, ਹਾਂਜੀ ਨਹੀਂ ਲੱਗਣਾ, ਥੈਂਕ ਠੀਕ ਯੂ ਹੈ। ਸੋ ਮਚ। ਪਹਿਲੇ ਅਸੀਂ ਜਦੋਂ ਬਿਗਨਿੰਗ ਹੁੰਦੀ ਸੀਗੀ ਲੈਟਰ ਦੀ, ਉੱਥੇ ਵੀ ਅਸੀਂ ਕਾਮਸ ਪਾਉਂਦੇ ਹੁੰਦੇ ਸੀ, ਫੁੱਲ ਸਟਾਪ ਪਾਉਂਦੇ ਹੁੰਦੇ ਸੀ, ਔਰ ਉਹਦੇ ਬਕਾਇਦਾ ਮਾਰਕਸ ਹੋਇਆ ਕਰਦੇ ਸੀਗੇ, ਹੈ ਨਾ। ਜਿਵੇਂ ਅਸੀਂ ਕਹਿੰਦੇ ਅਰਜ਼ੀ ਦਾ ਮੁੱਢਲਾ ਭਾਗ ਹੁੰਦਾ ਸੀ, ਅੰਤਲਾ ਭਾਗ ਹੁੰਦਾ ਸੀ, ਉਹਦੇ ਮਾਰਕਸ ਲੱਗਦੇ ਹੁੰਦੇ ਸੀ। ਹਾਂ, ਔਰ ਅਗਰ ਕਿਸੇ ਨੇ ਕਾਮਾ ਲਗਾ ਦਿੱਤਾ, ਨਹੀਂ ਲਗਾਇਆ ਹੁੰਦਾ ਸੀ, ਤੇ ਮਾਰਕਸ ਕੱਟ ਹੋ ਜਾਂਦੇ ਹੁੰਦੇ ਸੀ, ਕਿ ਤੁਹਾਨੂੰ ਯਾਦ ਹੋਏ, ਪਤਾ ਨਹੀਂ ਹੁਣ ਨਹੀਂ, ਬਟ ਹੁਣ ਅਸੀਂ ਕਿਤੇ ਵੀ ਅਸੀਂ ਕਾਮਾ ਫੁੱਲ ਸਟਾਪ ਕੁਝ ਨਹੀਂ ਯੂਜ਼ ਕਰਦੇ। ਹਾਂ, ਜਿਹੜਾ ਬੋਡੀ ਆਫ ਦਾ ਲੈਟਰ ਹੈ ਉਹ ਪ੍ਰੋਪਰ ਪੰਕਚੁਏਸ਼ਨ ਉੱਥੇ ਹੋਣੀ ਚਾਹੀਦੀ ਹੈ। ਇਹ ਲੈਟਰ ਦੀ ਬੋਡੀ ਹੈ ਨਾ, ਉਹਦੇ ਵਿੱਚ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਉੱਥੇ ਅਸੀਂ ਫੁੱਲ ਸਟਾਪ ਨਹੀਂ ਲਗਾਣਾ, ਕਾਮਾ ਨਹੀਂ ਲਗਾਣਾ, ਉਹ ਐਜ਼ ਜਿੱਦਾਂ ਆਪਾਂ ਲਿਖਦੇ ਹਾਂ ਉਦਾਂ ਹੀ ਲਿਖਣਾ ਹੈ, ਬਟ ਉਹਦੀ ਬਿਗਨਿੰਗ, ਉਹਦੀ ਹੈਡਿੰਗ ਦੇ ਵਿੱਚ, ਉਹਦੀ ਜਿਹੜੀ ਲਾਸਟ ਹੈ, ਐਂਡਿੰਗ ਹੈ, ਉੱਥੇ ਅਸੀਂ ਕਾਮਾ ਫੁੱਲ ਸਟਾਪ ਵਗੈਰਾ ਕੁਝ ਵੀ ਨਹੀਂ ਲਗਾਣਾ, ਠੀਕ ਹੈ। ਓਕੇ ਮੈਮ, ਹਾਂਜੀ, ਥੈਂਕ ਯੂ ਮੈਮ। ਹਾਂਜੀ, ਪੰਜਾਬੀ ਵਿੱਚ ਤਾਂ ਆਈ ਥਿੰਕ ਹਜੇ ਆਪਾਂ ਲਗਾਉਂਦੇ ਹਾਂ, ਹੈ ਨਾ। ਹਾਂਜੀ ਹਾਂਜੀ, ਓਕੇ ਜੀ। ਇੱਕ ਮੈਨੂੰ ਅੰਮ੍ਰਿਤਪ੍ਰੀਤ ਕੌਰ ਨੇ ਕੁਐਸਚਨ ਪੁੱਛਿਆ ਸੀ, ਆਪਾਂ ਉਹ ਵੀ ਕਰ ਲਈਏ। ਰੀਡ ਵਾਲਾ, ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਰੀਡ ਜਿਹੜਾ ਹੈ ਉਹ ਰੀਡ ਹੈ ਕਿ ਰੈਡ ਹੈ। ਫॉर एग्जांपल, he reads this book every day, he ਆਪਾਂ ਲਿਖਦੇ ਹਾਂ ਇੱਥੇ she, okay, now we have two sentences, he reads this book every day। first question, first sentence ਦੇ ਵਿੱਚ ਤੁਹਾਨੂੰ ਕਲੀਅਰ ਹੋ ਹੀ ਰਿਹਾ ਹੈ ਕਿ ਉਹ ਪ੍ਰੈਜ਼ੈਂਟ ਟੈਂਸ ਹੈ, ਕਿਉਂਕਿ ਨਾਲ s ਲੱਗ ਗਿਆ। s ਜਿਹੜਾ ਹੈ ਉਹ ਪ੍ਰੈਜ਼ੈਂਟ ਟੈਂਸ ਵਿੱਚ ਲੱਗਦਾ ਹੈ। he reads this book every day, ਉਹ ਇਸ ਕਿਤਾਬ ਨੂੰ ਹਰ ਰੋਜ਼ ਪੜ੍ਹਦਾ ਹੈ। ਅਗਰ every day ਨਹੀਂ ਵੀ ਲਿਖਿਆ ਹੋਏਗਾ ਤਾਂ ਵੀ s ਲੱਗਿਆ ਤਾਂ ਇਹਨੂੰ reads ਹੀ ਬੋਲਾਂਗੇ। ਸੈਕਿੰਡ ਹੈ she, ਹੁਣ ਤੁਹਾਨੂੰ ਨਹੀਂ ਪਤਾ ਰੀਡ ਦਾ ਬੁੱਕ ਐਂਡ ਸਲੈਪਟ, ਹੁਣ ਇਹਨੂੰ ਰੀਡ ਬੋਲਣਾ ਹੈ ਕਿ ਰੈਡ ਬੋਲਣਾ ਹੈ, ਤਾਂ ਇਹਦੇ ਵਿੱਚ ਸਾਡੇ ਕੋਲ ਦੋ ਹਿੰਟਸ ਨੇ। ਪਹਿਲਾ ਹਿੰਟ ਕੀ ਹੈ ਕਿ ਅਗਰ ਇਫ ਇਟ ਵੁੱਡ ਹੈਵ ਬੀਨ ਪ੍ਰੈਜ਼ੈਂਟ, ਅਗਰ ਇਹ ਪ੍ਰੈਜ਼ੈਂਟ ਹੁੰਦਾ ਤਾਂ ਇਹਦੇ ਨਾਲ s ਲੱਗਿਆ ਹੁੰਦਾ,
ठीक है, एस लग्या हुंदा अगर ये प्रेजेंट। हुण ये पास्ट है, एक एदा मतलब ये पास्ट है। दूसरा हिंट है स्लेप्ट, सो गई, उसने बुक पढ़ी ते सो गई, इट मीन्स ए पास्ट है। सो इत्थे ਅਸੀਂ ਇਹਨੂੰ ਕੀ ਬੋਲਾਂਗੇ, we will say it read, she read the book and slept। ठीक है, ਹੁਣ ਮੈਂ ਹੁਣ ਲਿਖਿਆ ਹੋਵੇ I, ਹੁਣ I ਨਾਲ S ਤਾਂ ਲੱਗਦਾ ਨਹੀਂ। ਹੁਣ ਦੇਖੋ, ਹੁਣ I read the book and slept के read the book and slept। now again we have hint slept, मैं बुक पढ़दी हाँ ते सो गई, no, I read the book and slept, मैं बुक पढ़ी ते सो गई, क्योंकि पास्ट टेंस है, अपन slept तो पता चल रहा है ना पास्ट टेंस है। सो फिर I read नहीं बोलांगे, इन्हू ਅਸੀਂ बोलांगे I read the book, है ना। अगर आ जाए I read books every day या I read books every day, ਹੁਣ ਇਹਨੂੰ ਕੀ ਬੋਲਣਾ ਹੈ, मैं हर रोज किताबां पढ़दी हाँ, everyday है ना, साडी हैबिट है, हैबिट ਨੂੰ ਅਸੀਂ तकरीबन ਕੀ ਬੋਲਦੇ ਆ, I read books every day, मैं प्रेजेंट ਵਿੱਚ ਹੀ ਰੱਖਾਂਗੀ ਨਾ, everyday मैं हर रोज किताबां पढ़दी हाँ। अच्छा, एक और सेंटेंस, I used to read book के read book, I used to read books या read books। ਹੁਣ ਇੱਥੇ ਵੀ ਆਪਣੇ ਕੋਲ ਦੋ hints हैं। पहला हिंट किया I used to read books every day, used to मतलब पढ़िया करदी सी, past ਅਸੀਂ ਇੱਕ ਵਾਰ यूज कर लिया, दो बार ਅਸੀਂ past नहीं यूज करदे। I used to read books every day, मैं हर रोज किताबां पढ़दी हुंदी सी, used to। second hint किया to तो बाद if we use any form of verb that is first form, so I used to read books every day, मैं हर रोज किताबां पढ़िया करदी सी। ओके, सो इदा ਅਸੀਂ रीड ਨੂੰ यूज करना है। एनी क्वेश्चंस? अमृतप्रीत समझ आ गया ਤੁਹਾਨੂੰ? मैम लास्ट वाला रिपीट करे, I used to। ਬੱਚੇ I used to ਦਾ ਮਤਲਬ ਹੁੰਦਾ ਹੈ ਆਪਾਂ ਸ਼ਾਇਦ ਤੁਸੀਂ ਉਹ ਕਲਾਸ ਨਹੀਂ ਲਗਾਈ ਹੋਈ, ਜਿਵੇਂ ਮੈਂ ਕਹਾਂ ਮੈਂ ਹਰ ਰੋਜ਼ ਸੈਰ ਕਰਿਆ ਕਰਦੀ ਸੀ, I used to go for a walk every day। used to ਜਿਹੜਾ ਹੈ ਹਮੇਸ਼ਾ ਪਾਸਟ ਵਿੱਚ ਯੂਜ਼ ਹੁੰਦਾ ਹੈ। used to ਦਾ ਮਤਲਬ ਮੈਂ ਕਰਿਆ ਕਰਦੀ ਸੀ। ਤੁਹਾਨੂੰ ਪਤਾ ਹੈ मैं छोटे होंदे बहुत किताबां पढ़दी सी, when I was very young I used to read books every day, when I was young I used to go for a walk every day। ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਹਰ ਰੋਜ਼ ਵਾਕ ਤੇ ਜਾਇਆ ਕਰਦੀ ਸੀ। ਜਦੋਂ ਅਸੀਂ ਇਦਾਂ ਕਹਿਣਾ ਹੋਵੇ ਨਾ ਕਿ ਮੈਂ ਕੋਈ ਪਾਸਟ ਵਿੱਚ ਕੋਈ ਮੇਰੀ ਹੈਬਿਟ ਹੁੰਦੀ ਸੀ, ਉੱਥੇ ਅਸੀਂ used to use ਕਰਦੇ ਹਾਂ। I used to take tea every day, ਮੈਂ ਤਾਂ ਬਿਮਾਰ ਹੋ ਗਈ because I used to take tea every day, ਮੈਂ ਇਦਾਂ ਬਿਮਾਰ ਹੋ ਗਈ ਕਿਉਂਕਿ ਮੈਂ ਹਰ ਰੋਜ਼ ਚਾਹ ਪੀਂਦੀ ਹੁੰਦੀ ਸੀ। ਤੇ ਫਿਰ ਉਹਦੇ ਵਿੱਚ ਕੀ ਹੁੰਦਾ, used to ਤੋਂ ਬਾਅਦ ਹਮੇਸ਼ਾ verb ਦੀ ਅਗਰ ਫਾਰਮ ਲੱਗਦੀ ਹੈ ਤਾਂ ਫਰਸਟ ਫਾਰਮ ਲੱਗਦੀ ਹੈ। ਠੀਕ ਹੈ, ओके मैम, है ना। थैंक यू मैम। ओके, हाँ बच्चे ਤੁਸੀਂ ਇੱਥੇ ਅੱਛਾ ਇੱਕ ਹੋਰ ਗੱਲ ਸਹਿਲੀਨ ਕੌਰ ਨੇ ਲਿਖਿਆ, ਮੈਮ used to help me a lot in my exam while writing my essay। used to helps ਨਹੀਂ ਆਏਗਾ, ਫਿਰ to ਤੋਂ ਬਾਅਦ ਜਿਹੜੀ verb ਹੁੰਦੀ ਹੈ ਉਹ ਜੇ ਆਪਾਂ ਨॉन ਫਿਨਾਈਟਸ ਕੀਤੇ ਸੀਗੇ ਇਹ ਚੇਂਜ ਨਹੀਂ ਹੁੰਦੀ, ਇਹਦੇ ਵਿੱਚ s ਕੁਝ ਨਹੀਂ ਲੱਗਦਾ। used to ਦੇ ਨਾਲ ਹਮੇਸ਼ਾ verb ਦੀ ਫਰਸਟ ਫਾਰਮ ਵਿਦਆਊਟ s or anything ਕੁਝ ਨਹੀਂ ਲੱਗੇਗਾ। ਸਮਝ ਗਏ? ਆਪਾਂ to infinitive ਕੀਤਾ ਸੀਗਾ, ਕਿੰਨਾ ਸੀ ਯਾਦ ਹੈ? ਨॉन ਫਿਨਾਈਟਸ ਕੀਤੇ ਸੀਗੇ, ਹੈ ਨਾ। ਸੋ ਨॉन ਫਿਨਾਈਟ ਹੈ, ਇਹਦੇ ਵਿੱਚ ਇਹ ਕੀ ਹੁੰਦੇ ਆ, ਇਹ she used to go, I used to go, they used to go। to ਤੋਂ ਬਾਅਦ ਹਮੇਸ਼ਾ verb ਦੀ ਫਰਸਟ ਫਾਰਮ ਲੱਗਦੀ ਹੈ। ਆਪਾਂ ਕੀਤੇ ਸੀ bare infinitive ਕੀਤੇ ਸੀ ਔਰ to infinitive ਕੀਤਾ ਸੀਗਾ, ਹੈ ਨਾ। ਅੱਛਾ ਤੁਸੀਂ ਕੀਤੇ ਨਹੀਂ ਸੀ ਨॉन ਫਿਨਾਈਟਸ ਵਾਰੀ? ਓਕੇ, ਚਲੋ ਆਪਾਂ ਇੱਕ ਵਾਰ ਇਹਨੂੰ ਰਿਵਾਈਜ਼ ਕਰਾਂਗੇ ਜ਼ਰੂਰ ਨॉन ਫਿਨਾਈਟਸ ਨੂੰ, ਠੀਕ ਹੈ। to ਤੋਂ ਬਾਅਦ ਅਗਰ ਫਰਸਟ to ਤੋਂ ਬਾਅਦ ਜਦੋਂ ਵੀ verb ਦੀ ਫਾਰਮ ਲੱਗਦੀ ਹੈ ਉਹ ਫਰਸਟ ਫਾਰਮ ਹੀ ਲੱਗਦੀ ਹੈ, ਠੀਕ ਹੈ। I used to go there, I want to talk to you, I want to talk to you, मैं ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। she wanted to talk to me, to ਤੋਂ ਬਾਅਦ ਜਦੋਂ ਵੀ ਫਾਰਮ ਲੱਗਦੀ ਹੈ ਉਹ verb ਦੀ ਫਰਸਟ ਫਾਰਮ ਲੱਗਦੀ ਹੈ, ਠੀਕ ਹੈ। ਹਾਂਜੀ ਗਗਨਦੀਪ ਦਾ ਕੁਐਸਚਨ ਹੈ, ਹਾਂਜੀ ਬੋਲੋ ਬੇਟੇ। ਮੈਮ ਸਮਟਾਈਮ ਨਾ ਜਦੋਂ ਸੈਂਟੈਂਸ ਨੂੰ ਮੈਮ ਪੰਜਾਬੀ ਦੇ ਵਿੱਚ ਇੰਗਲਿਸ਼ ਵਿੱਚ ਕਨਵਰਟ ਕਰਨਾ ਹੁੰਦਾ ਮੈਮ ਅਸੀਂ ਕਨਫਿਊਜ਼ ਹੋ ਜਾਂਦੇ ਆ। ਜੇ ਮੈਮ ਪ੍ਰੈਜ਼ੈਂਟ ਹੈ ਉਹਦੇ ਨਾਲ ਮੈਮ ਹੈ ਲੱਗਦਾ ਆ ਪੰਜਾਬੀ ਵਿੱਚ, ਮੈਮ ਪਾਸਟ ਦੇ ਨਾਲ ਕੀ ਲੱਗਦਾ ਹੈ? ਬੱਚੇ ਸੀ ਲੱਗਦਾ ਹੈ, ਬਟ ਜੇ ਤੁਸੀਂ ਟ੍ਰਾਂਸਲੇਟ ਕਰਕੇ ਸਿੱਖੋਗੇ ਨਾ ਇੰਗਲਿਸ਼ ਸਿੱਖਣੀ ਬੜੀ ਔਖੀ ਹੋਏਗੀ।
ਜਦੋਂ Okay. ਤੁਸੀਂ ਇੰਗਲਿਸ਼ ਨੂੰ ਟਰਾਂਸਲੇਟ ਕਰਕੇ ਸਿੱਖੋਗੇ ਨਾ, ਠੀਕ ਹੈ, ਤੁਸੀਂ ਸਿੱਖ ਜਾਓਗੇ। ਇਨੀਸ਼ੀਅਲ ਸਟੇजेस ਤੇ ਠੀਕ ਹੈ, ਇਨੀਸ਼ੀਅਲ ਸਟੇਜ ਮਤਲਬ ਜਦੋਂ ਤੁਸੀਂ ਸਟਾਰਟਿੰਗ ਕਰਦੇ ਹੋ ਨਾ ਇੰਗਲਿਸ਼ ਸਿੱਖਣ ਦੀ, ਉਦੋਂ ਤੱਕ ਠੀਕ ਹੈ। ਲੇਕਿਨ ਜਿਹੜੀ ਇੰਗਲਿਸ਼ ਹੈ ਨਾ, ਉਹ ਜੇ ਚੰਗੀ ਤਰ੍ਹਾਂ ਸਿੱਖਣੀ ਹੈ ਤਾਂ ਬਾਈ ਰੂਲਸ ਨਹੀਂ, ਬਾਈ ਯੂਜ਼ ਯਾਦ ਹੁੰਦੀ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਬਾਈ ਰੂਲਸ ਨਹੀਂ ਹੈ। ਦੇਖੋ ਛੋਟਾ ਬੱਚਾ ਹੈ, ਅਸੀਂ ਉਹਨੂੰ ਕਦੇ ਕਹਿੰਦੇ ਆ ਕਿ ਇਹਦੇ ਪਿੱਛੇ ਹੈ ਲਗਾਣਾ ਹੈ, ਬੱਚੇ ਨੂੰ ਆਪਣੇ ਆਪ ਪਤਾ ਚੱਲ ਜਾਂਦੇ ਨਾ ਗ੍ਰਾਮਰ ਰੂਲਸ, ਕਿ ਮੈਂ ਜਾਣਾ ਹੈ, ਮੈਂ ਖਾਣਾ ਹੈ। ਕਦੇ ਤੁਸੀਂ ਛੋਟੇ ਬੱਚੇ ਨੂੰ ਸਿਖਾਇਆ ਕਿ ਇਹਦੇ ਪਿੱਛੇ ਹੈ ਲੱਗੇਗਾ, ਇਹਦੇ ਪਿੱਛੇ ਸੀ ਲੱਗੇਗਾ? ਨਹੀਂ ਸਿਖਾਇਆ ਹੁੰਦਾ ਨਾ ਆਪਾਂ, ਹੈ ਨਾ। ਉਹਨੇ ਸਿਰਫ ਦੇਖ ਦੇਖ ਕੇ, ਸੁਣ ਕੇ, ਲਿਸਨ ਕਰਕੇ, ਬੋਲ ਕੇ ਉਹਨੇ ਕੀਤਾ ਹੁੰਦਾ। ਜਦੋਂ ਵੱਡਾ ਉਹਨਾਂ ਨੂੰ ਗ੍ਰਾਮਰ ਸਿਖਾਉਣ ਦੀ ਲੋੜ ਹੀ ਨਹੀਂ ਹੁੰਦੀ, ਅੱਧੀ ਗ੍ਰਾਮਰ ਤਾਂ ਬੱਚੇ ਨੂੰ ਆਪੇ ਆਈ ਹੁੰਦੀ ਹੈ ਕਿ ਹਾਂ ਪ੍ਰੈਜ਼ੈਂਟ ਟੈਂਸ ਹੈ ਤਾਂ ਹੈ ਲੱਗੇਗਾ, ਪਾਸਟ ਟੈਂਸ ਹੈ ਤਾਂ ਸੀ ਲੱਗੇਗਾ। ਸੇਮ ਹੈਪਨਸ ਵਿਦ ਇੰਗਲਿਸ਼। ਇੰਗਲਿਸ਼ ਨੂੰ ਤੁਸੀਂ ਜਿੰਨਾ ਜ਼ਿਆਦਾ ਯੂਜ਼ ਕਰੋਗੇ ਨਾ, ਉਨੀ ਜਲਦੀ। ਜਦੋਂ ਤੁਸੀਂ ਟਰਾਂਸਲੇਟ ਕਰਕੇ ਆਪਣੇ ਮਾਈਂਡ ਸੋਚਦੇ ਹੋ ਨਾ, ਫਿਰ ਤੁਸੀਂ ਉੱਥੇ ਇੱਕ ਤਾਂ ਮੰਨ ਲਓ ਐਗਜ਼ਾਮ ਦੇ ਵਿੱਚ ਤੁਸੀਂ ਕੁਝ ਲਿਖਣਾ ਹੈ, ਉੱਥੇ ਲੇਟ ਹੋ ਜਾਓਗੇ ਜੇ ਤੁਸੀਂ ਸੋਚ ਕੇ ਕਰੋਗੇ। ਇਟਸ ਬੈਟਰ ਟੂ ਕ੍ਰੈਮ ਕਰਨਾ ਬੈਟਰ ਹੈ, ਰੱਟਾ ਲਗਾਣਾ ਬੈਟਰ ਹੈ। ਮੰਨ ਲਓ ਤੁਸੀਂ ਕੋਈ ਐਸੇ ਲਿਖਣਾ ਹੈ ਨਾ, ਤਾਂ ਉਹਦਾ ਰੱਟਾ ਲਗਾਓ, ਉਹ ਬੈਟਰ ਹੈ। ਹੁਣ ਦੇਖੋ ਤੁਸੀਂ ਮੈਨੂੰ ਇੱਕ ਸੈਂਟੈਂਸ ਬੋਲਿਆ, ਮੈਮ there was ਜੋ ਤੁਸੀਂ ਕੀ ਕਿਹਾ ਸੀ, there was a network problem, I could not hear। ਹੁਣ ਤੁਸੀਂ ਸੋਚਿਆ ਕਿ ਮੈਂ could ਲਗਾਣਾ ਹੈ ਕਿ ਕੀ ਲਗਾਣਾ ਹੈ? ਕਿਉਂਕਿ ਉਹ ਤੁਸੀਂ ਸੈਂਟੈਂਸ ਨੂੰ ਬਾਰ-ਬਾਰ ਯੂਜ਼ ਕੀਤਾ, ਤੁਸੀਂ ਨਹੀਂ ਸੋਚਿਆ ਨਾ। ਸੇਮ ਹੈਪਨਸ ਕਿ ਅਗਰ ਜਦੋਂ ਆਪਾਂ ਇੰਗਲਿਸ਼ ਬੋਲਦੇ ਆ ਨਾ, ਏਦਾਂ ਦੀ ਸਾਡੀ ਹੈਬਿਟ ਹੋ ਜਾਏ, ਸਾਨੂੰ ਸੋਚਣਾ ਪਵੇ ਕਿ ਉਹਨੂੰ ਟ੍ਰਾਂਸਲੇਟ, ਸੋਚਣਾ ਨਾ ਪਵੇ ਕਿ ਮੈਨੂੰ ਇਹਨੂੰ ਟ੍ਰਾਂਸਲੇਟ ਕਰਨਾ ਪੈਣਾ ਹੈ। ਔਰ ਇਹ ਪੋਸੀਬਲ ਕਿਦਾਂ ਹੋਏਗਾ? ਜੇ ਤੁਸੀਂ ਸੈਂਟੈਂਸਸ ਨੂੰ ਬਾਰ-ਬਾਰ ਬੋਲੋਗੇ। ਤੁਸੀਂ ਮੈਨੂੰ ਸਿਰਫ ਏਦਾਂ ਪੁੱਛਿਆ ਕਰੋ, ਮੈਮ ਇਸ ਸੈਂਟੈਂਸ ਨੂੰ ਕਿੱਦਾਂ ਬੋਲਣਾ ਹੈ, ਫਿਰ ਉਹਨੂੰ ਯੂਜ਼ ਕਰਿਆ ਕਰੋ। ਮੈਂ ਤੁਹਾਨੂੰ ਕਹਿੰਦਾ ਯੂਜ਼ ਕਰੋ, ਰੂਲਸ ਨਾਲ ਨਾ ਕਰੋ, ਯੂਜ਼ ਕਰੋ। ਤੁਹਾਨੂੰ ਕੋਈ ਸੈਂਟੈਂਸ ਨਹੀਂ ਪਤਾ ਚੱਲ ਰਿਹਾ, ਤੁਸੀਂ ਪੁੱਛੋ ਮੈਮ ਇਹਨੂੰ ਕਿੱਦਾਂ ਬੋਲਣਾ ਹੈ, ਫਿਰ ਉਹਨੂੰ ਯੂਜ਼ ਕਰੋ। ਯਾਦ ਕਰਨਾ ਤਾਂ ਹੈ ਹੀ ਹੈ, ਯੂਜ਼ ਕਰੋ, ਹੈ ਨਾ। ਹੁਣ ਤੁਸੀਂ ਕਈ ਵਾਰ ਕਹਿੰਦੇ ਹੋ, ਮੈਮ ਕੈਨ ਯੂ ਟੈਲ ਮੀ ਦ ਮੀਨਿੰਗ ਆਫ ਦਿਸ? ਪੁੱਛਦੇ ਹੋ ਨਾ, ਕੁਡ ਯੂ ਪਲੀਜ਼ ਟੈਲ ਮੀ ਦ ਮੀਨਿੰਗ ਆਫ ਦਿਸ? ਉੱਥੇ ਹੁਣ ਤੁਸੀਂ ਸੋਚਦੇ ਨਹੀਂ ਨਾ ਕਿ ਕੀ ਬੋਲਣਾ, ਤੁਹਾਨੂੰ ਉਹ ਯਾਦ ਹੋ ਗਿਆ। ਬੱਚੇ ਕ੍ਰੈਂਪ ਨਹੀਂ, ਕ੍ਰੈਂਪ ਤਾਂ ਹੁੰਦੇ ਆ ਜਿਹੜੀ ਸਾਡੀ ਨਸਾਂ ਚੜਦੀਆਂ, ਉਹਨੂੰ ਕ੍ਰੈਂਪਸ ਬੋਲਦੇ ਆ। ਕ੍ਰੈਮਿੰਗ ਕਰਨੀ, CRAMMING, ਕ੍ਰੈਮਿੰਗ ਹੁੰਦਾ ਰੱਟਾ ਕਰ ਲਗਾਣਾ। ਠੀਕ ਹੈ ਗੁਰਵਿੰਦਰ ਕੌਰ? ਹਾਂਜੀ ਅਮ੍ਰਿਤਪ੍ਰੀਤ ਕੌਰ। मैम could you please ਸਮਝ ਆ ਗਈ ਮੇਰੀ ਗੱਲ? ਯੈਸ ਮੈਮ। ਹਾਂ ਠੀਕ ਹੈ। ਤੁਹਾਨੂੰ ਜਿਹੜਾ ਸੈਂਟੈਂਸ ਪੁੱਛਣਾ ਹੈ ਉਹ ਤੁਸੀਂ ਪੁੱਛਿਆ ਕਰੋ ਕਿ ਇਹਨੂੰ ਕਿੱਦਾਂ ਬੋਲਣਾ ਹੈ, ਫਿਰ ਉਹਨੂੰ ਯਾਦ ਕਰ ਲਿਆ ਕਰੋ, ਫਿਰ ਉਹਨੂੰ ਯੂਜ਼ ਕਰੋ। ਯੂਜ਼ ਕਰੋਗੇ ਨਾ, ਫਿਰ ਤੁਹਾਨੂੰ ਸੋਚਣ ਦੀ ਲੋੜ ਨਹੀਂ ਪਏਗੀ ਕਿ ਤੇ ਹੈ ਲੱਗਣਾ ਸੀ ਕਿ ਸੀ ਲੱਗਣਾ ਸੀ। ਮੈਮ ਸਮਟਾਈਮ ਪਤਾ ਕੀ ਹੁੰਦਾ ਕਿ ਜਦੋਂ ਸੈਂਟੈਂਸ ਮੈਮ ਯੂਜ਼ ਕਰਦੇ ਆ ਨਾ ਅਸੀਂ, ਮੈਮ ਉਦੋਂ ਪ੍ਰੋਬਲਮ ਆ ਜਾਂਦੀ, ਇਸ ਕਰਕੇ ਅਸੀਂ ਕਿਹਾ ਕਿ ਚਲੋ ਪੰਜਾਬੀ ਦੇ ਵਿੱਚ ਜੇ ਪਤਾ ਹੋਵੇ ਤਾਂ ਫਿਰ। ਬੱਚੇ ਇਨੀਸ਼ੀਅਲ ਸਟੇਜ ਤੇ ਠੀਕ ਹੈ, ਜਦੋਂ ਤੁਸੀਂ ਸਿੱਖਣਾ ਹੈ ਨਾ ਫਿਰ ਠੀਕ ਹੈ, ਹੈ ਨਾ। ਥੈਂਕ ਯੂ ਮੈਮ। ਹੁਣ ਕੋਈ ਸੈਂਟੈਂਸ ਪੁੱਛਣਾ ਹੈ? नो मैम। अच्छा जी, थैंक यू मैम। ओके हाँ जी अमृतप्रीत बोलो जी। मैम could you please tell me the meaning of with due regards? with due regards मतलब सत्कार सहित। सत्कार सहित मैम। हाँ जी सत्कार सहित, ਆਪਾਂ ਕਹਿੰਦੇ ਨਹੀਂ ਸਤਕਾਰ ਸਹਿਤ ਬੇਨਤੀ ਹੈ। with due regards I wish to say this due regards ਹੁੰਦਾ ਮਤਲਬ ਸਤਕਾਰ ਸਹਿਤ। मैम वेडिंग कार्ड्स ਦੇ ਨੀਚੇ ਲਿਖਿਆ ਹੋਇਆ ਆਂਦਾ with due regards। with best regards, ਬੜੇ ਸਤਕਾਰ ਸਹਿਤ ਇਹ ਵਾਲੇ with best regards, ਬੜੇ सम्मान सहित। ठीक है okay मैम। and मैम rural and मैम ruler yes मैम। ठीक है एक बार दोबारा तो दस दो दोनों। रूरल रूलर हाँ हाँ ठीक है मैम यस मैम जिवें मैंने हुण ਤੁਹਾਨੂੰ ਕਿਹਾ ਵੈਡਿੰਗ ਕਾਰਡਸ ਦੇ ਨੀਚੇ ਲਿਖਿਆ ਆਂਦਾ, ਮੈਮ ਇਸ ਨੂੰ ਇੰਗਲਿਸ਼ ਵਿੱਚ ਕਿਵੇਂ ਕਹਾਂਗੇ? it is written below the it is written on the wedding cards। okay ठीक है it is written on the wedding cards, ਇਹ wedding cards ਤੇ ਲਿਖਿਆ ਹੁੰਦਾ ਹੈ। okay मैम। it is printed on the wedding cards, sometimes it is printed on the wedding cards है ना। ਕਈ ਵਾਰ ਇਦਾਂ ਲਿਖਿਆ ਹੁੰਦਾ ਹੈ, ਕਈ ਵਾਰ ਮਤਲਬ ਆਪਾਂ ਕੀ ਕਹਿੰਦੇ sometimes it is written on the it is printed on the wedding cards। okay print मैम ਹੋਇਆ ਹੁੰਦਾ ਹੈ। ਠੀਕ ਹੈ yes मैम।
ਥੈਂਕ ਯੂ ਮੈਮ। ਓਕੇ ਜੀ। ਹਾਂਜੀ, ਕ੍ਰੈਂਪ ਦਾ ਮੀਨਿੰਗ ਹੁੰਦਾ ਬੱਚੇ, ਕ੍ਰੈਂਪਸ ਹੁੰਦੀ ਹੈ ਜਦੋਂ ਤੁਹਾਡੀ ਮਸਲਸ ਹੈ ਨਾ, ਗੁਰਪਿੰਦਰ ਕੌਰ ਨੇ ਕੁਐਸਚਨ ਪੁੱਛਿਆ ਕ੍ਰੈਂਪ, CRAMPS, I'll write here to everyone, CRAMPS, ਕ੍ਰੈਂਪਸ ਹੁੰਦੇ ਆ ਜਦੋਂ ਮਸਲਸ ਜਿਹੜੀਆਂ ਤੁਹਾਡੀ, ਜਿਵੇਂ ਆਪਾਂ ਕਈ ਵਾਰ ਰਾਤੀ ਸੌਂਦੇ ਆ ਤੇ ਤੁਹਾਡੀਆਂ ਜਿਵੇਂ ਆਪਾਂ ਕਹਿੰਦੇ ਆ ਕਿ ਇੱਕਦਮ ਮਸਲਸ ਹੈ ਬੜੀਆਂ ਦਰਦ ਹੋ ਜਾਂਦੀ ਹੈ, ਪੈਰਾਂ ਜਿਹੜੀ ਤੁਹਾਡੀ ਲੈਗਸ ਹੈ ਉਹਦੀਆਂ ਮਸਲਸ ਹੈ ਨਾੜਾਂ ਚੜ ਜਾਂਦੀਆਂ, ਉਹ ਕ੍ਰੈਂਪਸ ਹੁੰਦੇ, ਕ੍ਰੈਂਪਸ। ਠੀਕ ਹੈ ਮੈਮ, ਪਲੀਜ਼ ਟॉल the meaning. Navneet Kaur, from where did you get this word? CONCOCTER. Navneet Kaur, ਤੁਸੀਂ ਆਪਣਾ ਬੱਚੇ ਵੀਡੀਓ ਔਨ ਕਰੋ। Concoctor, ਵੈਸੇ ਹਾਂ, from where did you get this word? Ma'am, from book. Which book? English. ਬੱਚੇ ਕੰਕੌਕਸ਼ਨ ਹੁੰਦਾ ਜਦੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਮਿਕਸਚਰ ਕਰਦੇ ਹੋ ਨਾ, ਉਹਨੂੰ ਕੰਕੌਕਸ਼ਨ ਕਹਿੰਦੇ ਹੈ ਨਾ। ਜਿਵੇਂ ਮੰਨ ਲਓ ਅਸੀਂ ਕੋਈ ਜਿਵੇਂ ਕੁਕਿੰਗ ਕਰ ਰਿਹਾ, ਅਸੀਂ 2-3 ਚੀਜ਼ਾਂ ਨੂੰ ਮਿਕਸ ਕਰ ਲਿਆ, ਤਾਂ that is called concoction. ਠੀਕ ਹੈ, ਸੋ ਜੋ ਉਸਨੂੰ ਕੰਕੌਕਟ ਕਰਦਾ ਉਹਨੂੰ ਕੰਕੌਕਟਰ ਕਹਿੰਦੇ ਆ, ਜੋ ਇਹ ਮਿਕਸਿੰਗ ਕਰਦਾ ਉਹਨੂੰ ਕੰਕੌਕਟਰ ਕਹਿੰਦੇ ਆ। ਸਮਝ ਗਏ? ਠੀਕ ਹੈ। Yes, any other word to ask? ਹਾਂਜੀ ਬੱਚੇ, ਕਿਸੇ ਦਾ ਕੋਈ? ਕੰਜ਼ੰਪਸ਼ਨ, ਬੱਚੇ ਕੰਜ਼ੰਪਸ਼ਨ ਹੁੰਦੀ ਹੈ ਕਿਸੇ ਚੀਜ਼ ਦੀ ਖਪਤ, ਕੰਜ਼ਿਊਮ ਕਰਨਾ। ਕੰਜ਼ਿਊਮ ਮਤਲਬ ਕਿਸੇ ਚੀਜ਼ ਦੀ ਖਪਤ ਕਰਨਾ। ਹਾਂ, ਇਹ ਵੀ ਦੱਸਦੀ ਆ one by one। ਠੀਕ ਹੈ, ਫਟੀਗ ਦਾ ਮਤਲਬ ਹੁੰਦਾ ਥਕਾਨ। ਕੰਜ਼ੰਪਸ਼ਨ ਹੁੰਦਾ ਹੈ, ਜਿਵੇਂ ਅਸੀਂ ਕਹਿੰਦੇ ਆ ਕੰਜ਼ਿਊਮਰ ਕੀ ਹੁੰਦਾ ਹੈ? ਉਪਭੋਗਤਾ। ਕੰਜ਼ਿਊਮਰ ਜੋ ਚੀਜ਼ਾਂ ਨੂੰ ਦੀ ਖਪਤ ਕਰਦਾ ਹੈ, ਜਿਵੇਂ ਅਸੀਂ ਸਾਰੇ ਕੰਜ਼ਿਊਮਰ ਆ, ਅਸੀਂ ਸਾਰੇ ਸਮਾਨ ਨੂੰ ਯੂਜ਼ ਕਰਦੇ ਆ, ਅਸੀਂ ਸਾਰੇ ਕੀ ਆ? ਕੰਜ਼ਿਊਮਰਸ ਆ। ਠੀਕ ਹੈ ਨਾ। ਸੋ ਕੰਜ਼ੰਪਸ਼ਨ ਮੀਨਸ ਖਪਤ, ਕਿੰਨੀ ਪ੍ਰੋਡਕਸ਼ਨ ਹੋਈ, ਕਿੰਨੀ ਉਪਜ ਹੋਈ, ਕਿੰਨੀ ਖਪਤ ਹੋ ਗਈ, so that is consumption. ਠੀਕ ਹੈ। next is fatigue, FATIGUE, fatigue ਹੁੰਦਾ ਹੈ ਥਕਾਨ। ਜਿਵੇਂ ਅਸੀਂ ਕਹਿੰਦੇ ਜਿਹੜੇ ਸਪੋਰਟਸ ਪਰਸਨ ਹੁੰਦੇ ਆ, ਹੈ ਨਾ, ਵੀ ਖੇਡ ਕੇ ਆਏ ਤੇ ਉਹਨਾਂ ਨੂੰ ਫਟੀਗ ਹੋ ਜਾਂਦੀ ਹੈ, ਸੋ ਫਟੀਗ ਇਜ਼ ਥਕਾਨ। ਠੀਕ ਹੈ। ਜਿਵੇਂ ਇੱਕ ਹੋਰ ਹੈ ਬਲਜ, BULGED। ਓਕੇ, ਸੋ ਬਲਜ ਹੁੰਦਾ ਹੈ ਜਿਵੇਂ ਕਿ ਆਪਾਂ ਕਹਿੰਦੇ ਆ ਕੋਈ ਚੀਜ਼ ਕਈ ਵਾਰ ਕਿਸੇ ਸਰਫੇਸ ਦੇ ਨਾਲ ਚਿਪਕ ਜਾਂਦੀ ਹੈ। ਕਈ ਵਾਰ ਕੀ ਹੁੰਦਾ ਹੈ, ਕੋਈ ਚੀਜ਼ ਕਿਸੇ ਜਿਵੇਂ ਮੰਨ ਲਓ ਮੈਂ ਆਪਣੀ ਪਾਕਟ ਦੇ ਵਿੱਚ ਕੋਈ ਚੀਜ਼ ਰੱਖੀ, ਮੰਨ ਲਓ ਮੈਂ ਪਰਸ ਰੱਖਿਆ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਇੱਕ ਖੱਡਾ ਜਿਹਾ ਬਣ ਜਾਂਦਾ ਨਾ, that is bulge, BULGE, ਹੈ ਨਾ। ਕੋਈ ਚੀਜ਼ ਤੁਸੀਂ ਰੱਖੀ, ਉਹਦੇ ਨਾਲ ਉਹ ਨਿਸ਼ਾਨ ਬਣ ਜਾਂਦਾ ਹੈ, ਖੱਡਾ ਬਣ ਜਾਂਦਾ ਉਸ ਚੀਜ਼ ਦੇ ਚਿਪਕਣ ਕਰਕੇ, so that is called bulge. ਠੀਕ ਹੈ, ਸਮਝ ਆ ਗਈ ਨਵਨੀਤ ਕੌਰ? Did you get it, ਨਵਨੀਤ ਕੌਰ? ਸਾਡੇ ਇੱਕ ਨੇਮ ਹੈ MME Loisel, I think LOISCL is Loisel ਹੋਏਗਾ। ਇਹ ਕਿਹਦਾ ਨੇਮ ਹੈ ਨਰਗਿਸ? ਚੈਪਟਰ। ਓਕੇ, ਐਨੀ ਅਦਰ ਕੁਐਸਚਨ ਬੱਚੇ? ਅੱਜ ਦੇ ਟੌਪਿਕ ਚੋਂ ਕਿਸੇ ਦਾ ਕੋਈ ਸਵਾਲ? ਹਾਂਜੀ ਬੱਚੇ, ਤੁਸੀਂ ਕੋਈ ਪਿਛਲੇ ਉਹਦੇ ਵਿੱਚੋਂ ਹੀ ਕੋਈ ਕੁਐਸਚਨ? ਅੱਜ ਮੈਂ ਤੁਹਾਨੂੰ ਜ਼ਿਆਦਾ ਨਹੀਂ ਕਰਵਾ ਸਕਦੀ ਕਿਉਂਕਿ ਸਟੂਡੈਂਟਸ ਵੀ ਘੱਟ ਨੇ, ਆਪਾਂ ਜ਼ਿਆਦਾ ਫਾਸਟ ਨਹੀਂ ਚੱਲ ਸਕਦੇ। ਹਾਂਜੀ ਹਾਂਜੀ ਬੋਲੋ ਜੀ। ਹੈਲੋ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਉਹ ਮੈਂ ਤਾਂ ਪੁੱਛ ਰਹੀ ਸੀ ਜੀ, ਸਾਨੂੰ ਇੰਗਲਿਸ਼ ਦਾ ਚੈਪਟਰ ਸੀਗਾ ਦ ਨੈਕਲੇਸ, ਉਹ ਚ ਐਵੇਂ ਦੇ ਨਾਮ ਨੇ, ਮੰਮੇ ਲੋਇਜ਼ਲ, ਇੱਕ ਫੋਰੈਸਟੀਅਰ, ਐਵੇਂ ਜਦੋਂ ਮੈਮ ਉਹ ਔਰਲ ਟੈਸਟ ਚ ਬੋਲਣਾ ਹੀ ਨਹੀਂ ਆਉਂਦਾ ਜੀ। ਨੇਮਸ ਹੁੰਦੇ ਆ, ਤੁਸੀਂ ਨਾ ਇਹਨਾਂ ਦੀ ਪ੍ਰੋਨਾਂਸੀਏਸ਼ਨ ਨਾ ਗੂਗਲ ਤੇ ਚੈੱਕ ਕਰ ਲਿਆ ਕਰੋ। ਗੂਗਲ ਤੇ ਤੁਸੀਂ ਕਰੋਗੇ ਨਾ ਪ੍ਰੋਨਾਂਸੀਏਸ਼ਨ, ਗੂਗਲ ਤੇ ਪਾਓ ਸਿੰਪਲੀ ਪ੍ਰੋਨਾਂਸੀਏਸ਼ਨ ਆਫ ਕੋਈ ਵੀ ਵਰਡ ਹੈ, ਉਹ ਤੁਹਾਨੂੰ ਉਹਦੀ ਕਰੈਕਟ ਪ੍ਰੋਨਾਂਸੀਏਸ਼ਨ ਦੱਸ ਦੇਗਾ। ਠੀਕ ਹੈ, ਕੋਈ ਵੀ ਨੇਮ ਹੈ ਨਾ, ਜਿਵੇਂ LOUIES, ਆਪਾਂ ਤਕਰੀਬਨ ਇਹਨੂੰ ਲੂਇਸ ਬੋਲ ਦਿੰਦੇ ਆ, ਸੋ ਇਹ ਕੀ ਹੁੰਦਾ? ਲੂਈ। ਐਂਡ ਹਰ ਕੰਟਰੀ ਟੂ ਕੰਟਰੀ ਜਿਹੜੇ ਨੇਮਸ ਹੈ ਨਾ, ਉਹ ਥੋੜੇ ਜਿਹੇ ਉਹਨਾਂ ਦੀ ਪ੍ਰੋਨਾਂਸੀਏਸ਼ਨ ਡਿਫਰ ਹੋ ਜਾਂਦੀ ਹੈ। ਸਪੋਜ਼ ਦੇਖੋ ਮੇਰਾ ਨਾਮ ਕੁਲਵੰਤ ਹੈ, ਲੇਕਿਨ ਅਗਰ ਕੋਈ ਹੋਰ, ਜਿਵੇਂ ਅਗਰ ਕੋਈ ਫੋਰਨਰ ਹੈ ਜਿਹਨੂੰ ਇੰਡੀਅਨ ਐਕਸੈਂਟ ਨਹੀਂ ਪਤਾ, ਉਹ ਇਹਨੂੰ ਕਿਸੇ ਹੋਰ ਤਰੀਕੇ ਪ੍ਰੋਨਾਉਂਸ ਕਰੇਗਾ। ਸੋ ਪ੍ਰੋਨਾਂਸੀਏਸ਼ਨ ਇਹਦੀ ਤੁਸੀਂ ਗੂਗਲ ਤੇ ਚੈੱਕ ਕਰ ਲਿਆ ਕਰੋ, ਉਹਦੇ ਵਿੱਚ ਕਰੈਕਟ ਪ੍ਰੋਨਾਂਸੀਏਸ਼ਨ ਆ ਜਾਏਗੀ। ਠੀਕ ਹੈ ਮੈਮ, ਥੈਂਕ ਯੂ ਮੈਮ। ਓਕੇ ਜੀ।
विंदर कौर ने लिखा एंशियसली, ANXIOUSLY, एंशियसली। हाँ जी बोलो गगन। मैम बेसन ਜਿਹੜਾ ਆਪਾਂ ਮਤਲਬ ਵਰਤਦੇ ਆ ਮੈਮ ਉਹਨੂੰ ਆਪਾਂ ਇੰਗਲਿਸ਼ ਚ ਕੀ ਕਹਿੰਦੇ ਆ? बेसन नु, बेसन नु मैम यस हाँ, it is gram flour। मैं लिख देनी है, it's GRAMFLOUR, it's gram flour। ग्राम ਹੁੰਦੀ ਹੈ ਦਾਲ ਦਾ ਆਟਾ ਇੱਕ ਤਰੀਕੇ ਦਾ, तो it's gram flour। ਇਹਨੂੰ ਅਸੀਂ black gram ਹੁੰਦਾ ਹੈ ਚਨਾ, gram is ਚਨਾ, मैम यस ਇਹਨੂੰ ਗ੍ਰਾਮ ਕਹਿੰਦੇ ਆ, ਠੀਕ ਹੈ। ਬਲੈਕ ਗ੍ਰਾਮ ਫਲਾਵਰ ਵੀ ਕਹਿੰਦੇ ਨੇ, ਕਾਲੇ ਚਨੇ ਦਾ ਆਟਾ ਹੁੰਦਾ ਇਹ, ਸੋ ਬਲੈਕ ਗ੍ਰਾਮ ਫਲਾਵਰ, ਇਟ ਇਜ਼ ਬੇਸਨ। ਸਮਝ ਗਏ? ओके मैम ਗ੍ਰਾਮ ਮੀਨਸ ਚਨਾ, ਛੋਲੇ ਕਹਿੰਦੇ ਆ ਨਾ ਜਿਹਨੂੰ ਅਸੀਂ, मैम यस that is gram, GRAM। okay ओके मैम थैंक यू मैम। ओके बेटा, आज अपनी इंग्लिश क्लास भी है and we'll do some interesting things in that class, so we'll meet there in English class। I'm going to sign off now। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਨੇ ਪੁੱਛਿਆ ਦੋਨਾਂ ਵਿੱਚ ਕੀ ਡਿਫਰੈਂਸ ਹੈ। ਚਲੋ ਇਹਨਾਂ ਚ ਡਿਫਰੈਂਸ ਮੈਂ ਦੱਸਾਂਗੀ ਨੈਕਸਟ ਕਲਾਸ ਦੇ ਵਿੱਚ, ਹੁਣ ਇਹਨਾਂ ਨੇ ਸਾਈਨ ਆਫ ਕਰਤਾ ਹੈ।